ਕਿਸਾਨ ਵੀਰੋ ਤੇ ਭੈਣੋ, ਤਰਸੇਮ ਸਿੰਘ ਬੁੱਟਰ ਦੇ ਵੱਲੋਂ ਤੁਹਾਡਾ ਅੱਜ ਦੇ ਪ੍ਰੋਗਰਾਮ ਕਿਸਾਨ ਬਾਣੀ ਦੇ ਵਿੱਚ ਸਵਾਗਤ ਹੈ। ਜਿਸ ਤਰ੍ਹਾਂ ਕਿ ਅੱਜ ਦੇ ਪ੍ਰੋਗਰਾਮ ਦੇ ਵਿਸ਼ੇ ਤੋਂ ਗੁਰਲੀਨ ਕੌਰ ਸਿੱਧੂ ਨੇ ਤੁਹਾਨੂੰ ਜਾਣੂ ਕਰਵਾ ਹੀ ਦਿੱਤਾ ਹੈ, ਤਾਂ ਆਕਾਸ਼ਵਾਣੀ FM ਬਠਿੰਡਾ ਦੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਇਸ ਇਲਾਕੇ ਦੇ ਕਿਸਾਨਾਂ ਨੂੰ ਵੱਖੋ ਵੱਖਰੇ ਜਿਹੜੇ ਸਹਾਇਕ ਕਿੱਤੇ ਆ ਉਹਨਾਂ ਬਾਰੇ ਜਾਣਕਾਰੀ ਦਿੱਤੀ ਜਾਵੇ, ਜਾਗਰੂਕ ਕੀਤਾ ਜਾਵੇ, ਉਹਨਾਂ ਵਾਸਤੇ ਰਾਹ ਦਸੇਰਾ ਬਣਿਆ ਜਾਵੇ, ਤਾਂ ਜੋ ਵੱਧ ਤੋਂ ਵੱਧ ਕਿਸਾਨ, ਖਾਸ ਕਰਕੇ ਜਿਹੜਾ ਸਾਡਾ ਨੌਜਵਾਨ ਤਬਕਾ ਹੈ, ਉਹ ਇਸ ਵੱਖ-ਵੱਖ ਕਿਸਮ ਦੇ ਸਹਾਇਕ ਕਿੱਤਿਆਂ ਨੂੰ ਅਪਣਾ ਕੇ ਆਰਥਿਕ ਤੌਰ ਤੇ ਮਜ਼ਬੂਤ ਹੋਣ। ਤੇ ਇਸੇ ਹੀ ਲੜੀ ਦੀ ਕੜੀ ਦੇ ਤਹਿਤ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਨੇ ਡਾਕਟਰ ਅਜੀਤਪਾਲ ਸਿੰਘ ਧਾਲੀਵਾਲ, ਪ੍ਰੋਫੈਸਰ ਐਨੀਮਲ ਸਾਇੰਸ, ਕ੍ਰਿਸ਼ੀ ਵਿਗਿਆਨ ਕੇਂਦਰ ਬਠਿੰਡਾ। ਤਾਂ ਡਾਕਟਰ ਸਾਹਿਬ, ਤੁਹਾਡਾ ਆਕਾਸ਼ਵਾਣੀ FM ਬਠਿੰਡਾ ਦੇ ਵੱਲੋਂ ਅੱਜ ਦੇ ਪ੍ਰੋਗਰਾਮ ਕਿਸਾਨ ਬਾਣੀ 'ਚ ਸਵਾਗਤ ਹੈ। ਧੰਨਵਾਦ ਜੀ। ਤਾਂ ਕਿਸਾਨ ਵੀਰੋ ਤੇ ਭੈਣੋ, ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਲਈ ਇੱਕ ਉਦਾਹਰਨ ਦੇ ਤੌਰ ਤੇ, ਇੱਕ ਪ੍ਰੇਰਨਾ ਦੇ ਸਰੋਤ ਵਜੋਂ ਅਸੀਂ ਤੁਹਾਡੀ ਨਜ਼ਰ ਕਰਨ ਜਾ ਰਹੇ ਹਾਂ। ਸਟੂਡੀਓ ਦੇ ਵਿੱਚ ਉਚੇਚੇ ਤੌਰ ਤੇ ਬੁਲਾ ਕੇ ਸਰਦਾਰ ਅਪਰਪਾਲ ਸਿੰਘ ਮਹਿਲ, ਪਿੰਡ ਤੁੰਗਵਾਲੀ, ਜ਼ਿਲ੍ਹਾ ਬਠਿੰਡਾ ਨੂੰ, ਜਿਹੜੇ ਕਿ ਸਫਲ ਮੁਰਗੀ ਪਾਲਕ ਨੇ, ਲੰਬੇ ਸਮੇਂ ਤੋਂ ਪੋਲਟਰੀ ਫਾਰਮਿੰਗ ਦੇ ਨਾਲ ਜੁੜੇ ਹੋਏ ਨੇ। ਮਹਿਲ ਸਾਹਿਬ, ਤੁਹਾਡਾ ਵੀ ਆਕਾਸ਼ਵਾਣੀ FM ਬਠਿੰਡਾ ਦੀ ਟੀਮ ਕਿਸਾਨ ਬਾਣੀ ਦੇ ਵੱਲੋਂ ਸਵਾਗਤ ਹੈ। ਧੰਨਵਾਦ ਜੀ। ਤਾਂ ਕਿਸਾਨ ਵੀਰੋ ਤੇ ਭੈਣੋ, ਖਾਸ ਕਰਕੇ ਸਾਡੇ ਨੌਜਵਾਨ ਕਿਸਾਨ ਵੀਰੋ, ਅੱਜ ਦੇ ਸਾਡੇ ਪ੍ਰੋਗਰਾਮ ਦਾ ਮਕਸਦ ਇਹ ਹੈ ਕਿ ਵੱਧ ਤੋਂ ਵੱਧ ਤੁਸੀਂ ਸਾਡੇ ਅੱਜ ਦੇ ਇਸ ਪ੍ਰੋਗਰਾਮ ਤੋਂ ਪ੍ਰੇਰਿਤ ਅਤੇ ਪ੍ਰਭਾਵਿਤ ਹੋ ਕੇ ਆਉਣ ਵਾਲੇ ਸਮੇਂ ਦੇ ਵਿੱਚ ਮੁਰਗੀ ਪਾਲਣ ਦੇ ਕਿੱਤੇ ਨੂੰ, ਪੋਲਟਰੀ ਫਾਰਮਿੰਗ ਦੇ ਕਿੱਤੇ ਨੂੰ ਇੱਕ ਸਹਾਇਕ ਕਿੱਤੇ ਵਜੋਂ ਅਪਣਾਓ। ਤਾਂ ਤੁਹਾਡੀ ਜਿਗਿਆਸਾ ਦੇ ਵਾਸਤੇ ਵੱਖੋ-ਵੱਖ ਜਿਹੜੇ ਸਵਾਲ ਅਸੀਂ ਸਾਡੇ ਦੋਨੇ ਮਾਹਰਾਂ ਤੋਂ ਪੁੱਛਣੇ ਨੇ, ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਤੁਹਾਡਾ ਵੀ ਮਨ ਹੈ ਤਾਂ ਤੁਹਾਨੂੰ ਇਸ ਕਿੱਤੇ ਨੂੰ ਅਪਣਾਉਂਦਿਆਂ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਾ ਆਵੇ। ਤਾਂ ਸਭ ਤੋਂ ਪਹਿਲਾਂ ਡਾਕਟਰ ਅਜੀਤਪਾਲ ਸਿੰਘ ਧਾਲੀਵਾਲ ਸਾਹਿਬ, ਤੁਸੀਂ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਜੁੜੇ ਹੋਏ ਹੋ। ਤੁਸੀਂ ਸਾਡੇ ਮੌਕੇ ਤੇ ਵੱਖ-ਵੱਖ ਜਿਹੜੇ ਸਾਡੇ ਕਿਸਾਨ ਬਾਣੀ ਦੇ ਪ੍ਰੋਗਰਾਮ ਇਹਨਾਂ ਦੇ ਵਿੱਚ ਵੀ ਸ਼ਿਰਕਤ ਕਰਦੇ ਹੋ, ਖੇਤਰ ਦੇ ਵਿੱਚ ਵੀ ਤੁਸੀਂ ਜਾਂਦੇ ਹੋ। ਤਾਂ ਕ੍ਰਿਸ਼ੀ ਵਿਗਿਆਨ ਕੇਂਦਰ ਦੀ ਜੇਕਰ ਆਪਾਂ ਗੱਲ ਕਰੀਏ, ਭਾਵੇਂ ਕਿ ਬਹੁਤ ਸਾਰੇ ਸਾਡੇ ਕਿਸਾਨ ਭਰਾ ਜਾਂ ਭੈਣਾਂ ਜਾਣਦੀਆਂ ਨੇ, ਤਾਂ ਫਿਰ ਵੀ ਕਿਹੜੀ ਭਾਂਤ ਦੇ ਜਿਹੜੇ ਕੋਰਸ ਤੁਹਾਡੇ ਕੋਲੋਂ ਕਰਵਾਏ ਜਾਂਦੇ ਨੇ? ਤੇ ਜੇ ਆਪਾਂ ਉਚੇਚੇ ਤੌਰ ਤੇ ਗੱਲ ਕਰਨੀ ਹੋਵੇ ਮੁਰਗੀ ਪਾਲਣ ਦੀ, ਤਾਂ ਇਹਦੇ ਵਾਸਤੇ ਕਿਹੋ ਜਿਹੇ ਬੰਦੋਬਸਤ ਕਰ ਰੱਖੇ ਕ੍ਰਿਸ਼ੀ ਵਿਗਿਆਨ ਕੇਂਦਰ ਬਠਿੰਡਾ ਨੇ? ਬੁੱਟਰ ਸਾਹਿਬ, ਸਭ ਤੋਂ ਪਹਿਲਾਂ ਤਾਂ ਆਲ ਇੰਡੀਆ ਰੇਡੀਓ ਦੇ ਰਾਹੀਂ ਜਿੰਨਾ ਵੀ ਸਾਡਾ ਜਿੱਥੇ ਆਵਾਜ਼ ਪਹੁੰਚ ਰਹੀ ਹੈ, ਜਿੰਨੇ ਸਾਡੇ ਕਿਸਾਨ ਵੀਰ ਤੇ ਸਾਡੀਆਂ ਭੈਣਾਂ ਸਾਨੂੰ ਸੁਣ ਰਹੇ ਆ ਜੀ, ਸਾਡੇ ਕੋਲੇ ਇਸ ਵੇਲੇ ਪੂਰੇ ਭਾਰਤ ਦੇ ਵਿੱਚ 631 KVK ਜਿਹੜੇ ਆ ਉਹ ਪਹਿਲਾਂ ਹੀ ਚੱਲ ਰਹੇ ਆ, ਜਿਹੜੇ ਕਿ ਵੱਖ-ਵੱਖ ਸਟੇਟਾਂ ਦੇ ਵਿੱਚ ਕੰਮ ਕਰਦੇ ਆ ਜੀ। 23 KVK ਆਪਣੇ ਪੰਜਾਬ ਦੇ ਵਿੱਚ ਕੰਮ ਕਰ ਰਹੇ ਆ, ਤੇ ਆਪਣੇ ਏਰੀਏ ਦਾ ਜਿਹੜਾ KVK ਬਠਿੰਡਾ, ਜਿੱਥੇ ਕਿ ਅਸੀਂ ਆਪਦੀਆਂ ਸੇਵਾਵਾਂ ਦੇ ਰਹੇ ਆ ਜੀ, ਉੱਥੇ ਵੱਖ-ਵੱਖ ਜਿੰਨੇ ਵੀ ਸਹਾਇਕ ਧੰਦੇ ਆ, ਇਹਨਾਂ ਦੀਆਂ ਅਸੀਂ ਟ੍ਰੇਨਿੰਗਾਂ ਦਿੰਦੇ ਆ, ਜਿਨ੍ਹਾਂ ਨੂੰ ਅਸੀਂ ਕਿੱਤਾ-ਮੁਖੀ ਸਿਖਲਾਈ ਕੋਰਸ ਜਾਂ ਅਸੀਂ ਆਪਦੀ ਭਾਸ਼ਾ ਦੇ ਵਿੱਚ ਉਹਨਾਂ ਨੂੰ ਸਕਿੱਲ ਡਿਵੈਲਪਮੈਂਟ ਟ੍ਰੇਨਿੰਗ ਦੇ ਨਾਂ ਨਾਲ ਜਾਣਦੇ ਆ ਜੀ। ਇਹਦੇ ਵਿੱਚ ਕਿਉਂਕਿ ਬਹੁਤ ਸਾਰੇ ਵਿਸ਼ੇ ਆ, ਜਿੰਨੇ ਵੀ ਸਹਾਇਕ ਧੰਦੇ ਆ, ਭਾਵੇਂ ਉਹ ਡੇਅਰੀ ਆ, ਪੋਲਟਰੀ ਆ, ਮਧੂਮੱਖੀ ਪਾਲਣਾ, ਖੁੰਭਾਂ ਦੀ ਕਾਸ਼ਤ ਹੈ, ਬੜੇ ਧੰਦੇ ਆ ਜਿਨ੍ਹਾਂ ਵਾਸਤੇ ਅਸੀਂ ਟ੍ਰੇਨਿੰਗਾਂ ਦਿੰਦੇ ਆ ਜੀ। ਪਰ ਜਿਵੇਂ ਅੱਜ ਦੀ ਆਪਣਾ ਗੱਲਬਾਤ ਦਾ ਵਿਸ਼ਾ ਹੈ ਮੁਰਗੀ ਪਾਲਣ ਵਾਸਤੇ ਟ੍ਰੇਨਿੰਗ ਜਿਹੜੀ ਆ ਉਹ ਬੜੇ ਲੰਬੇ ਸਮੇਂ ਤੋਂ ਮੈਂ ਇੱਥੇ ਦਿੰਦਾ ਆ ਰਿਹਾ। 26-27 ਸਾਲ ਤੋਂ ਮੈਂ ਇਸ KVK ਚ ਮੁਰਗੀ ਪਾਲਣ ਦੀ ਟ੍ਰੇਨਿੰਗ ਦਿੰਦਾ। ਉਸ ਵਾਸਤੇ ਕਿਉਂਕਿ ਅੱਜ ਦੀ ਜਿਹੜੀ ਮੁਲਾਕਾਤ ਹੈ ਸਾਡੇ ਇੱਕ ਅਗਾਂਹਵਧੂ ਕਿਸਾਨ ਵੀਰ ਸਰਦਾਰ ਅਪਰਪਾਲ ਨੂੰ ਨਾਲ ਲੈ ਕੇ ਚੱਲਣੀ ਹੈ, ਜਿਹਦੇ ਚ ਅਸੀਂ ਮੁਰਗੀ ਪਾਲਣ ਤੇ ਖਾਸ ਕਰਕੇ ਬਰਾਇਲਰ ਦੇ ਕੰਮ ਦੇ ਵਿੱਚ ਜਿਹੜਾ ਹੈ ਉਹਦੇ ਨਾਲ ਜ਼ਿਆਦਾ ਗੱਲਬਾਤ ਕਰਾਂਗੇ, ਕਿਉਂਕਿ ਮੁਰਗੀ ਪਾਲਣ ਦਾ ਜਿਹੜਾ ਕੰਮ ਹੈ ਉਹ ਮੂਲ ਰੂਪ ਦੇ ਵਿੱਚ 2-3 ਤਰੀਕਿਆਂ ਦੇ ਨਾਲ ਹੁੰਦਾ ਜੀ। ਜਿਹਦੇ ਵਿੱਚ ਪਹਿਲਾ ਮੁੱਖ ਕੰਮ ਹੈ ਇਹਦਾ ਆਂਡੇ ਦੀ ਉਪਜ ਵਾਸਤੇ ਹੈ, ਜਿਹਨੂੰ ਅਸੀਂ ਆਂਡੇ ਦੇਣ ਵਾਲੀ ਮੁਰਗੀ ਦੇ ਨਾਂ ਨਾਲ ਜਾਣਦੇ ਹਾਂ ਜੀ। ਤੇ ਦੂਸਰਾ ਬਰਾਇਲਰ ਦਾ ਕੰਮ ਹੈ, ਜਿਹੜਾ ਕਿ ਅਪਰਪਾਲ ਖੁਦ ਕਰ ਰਿਹਾ, ਜਿਹਦੇ ਵਿੱਚ ਬਰਾਇਲਰ ਰੱਖੇ ਜਾਂਦੇ ਆ, ਜਿਨ੍ਹਾਂ ਨੂੰ ਮੀਟ ਵਾਸਤੇ ਤਿਆਰ ਕੀਤਾ ਜਾਂਦਾ ਜੀ। ਤਾਂ ਡਾਕਟਰ ਸਾਹਿਬ, ਬੜੇ ਵਿਸਥਾਰ ਦੇ ਵਿੱਚ ਤੁਸੀਂ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਇਸ ਇਲਾਕੇ ਨੂੰ, ਖਾਸ ਕਰਕੇ ਜਿਹੜੇ ਵੱਖ-ਵੱਖ ਕਿਸਮ ਦੇ ਸਹਾਇਕ ਕਿੱਤੇ ਆ, ਉਹਨਾਂ ਦੀ ਬਾਬਤ ਕੀ ਦੇਣਾ ਤੁਸੀਂ ਚਾਨਣਾ ਪਾਇਆ। ਤਾਂ ਮਹਿਲ ਸਾਹਿਬ, ਇਹਨਾਂ ਨੇ ਟ੍ਰੇਨਿੰਗ ਦੀ ਗੱਲ ਕੀਤੀ, ਸਿਖਲਾਈ ਦੀ ਗੱਲ ਕੀਤੀ, ਤਾਂ ਤੁਹਾਨੂੰ ਫਿਰ ਜਦੋਂ ਤੁਸੀਂ ਇਹ ਕੰਮ ਸ਼ੁਰੂ ਕੀਤਾ ਸੀ, ਉਸ ਤੋਂ ਪਹਿਲਾਂ ਜਾਂ ਉਸ ਤੋਂ ਬਾਅਦ ਫਿਰ ਜਿਹੜੇ ਪੋਲਟਰੀ ਨਾਲ ਸੰਬੰਧਿਤ ਸਿਖਲਾਈ ਪ੍ਰੋਗਰਾਮ ਹੈ, ਉਹਨਾਂ ਦਾ ਹਿੱਸਾ ਬਣਨ ਦਾ ਮੌਕਾ ਮਿਲਿਆ? ਜੀ ਬੁੱਟਰ ਸਾਹਿਬ, ਆਪਣਾ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਨਾਲ ਅਸੀਂ 2003 ਤੋਂ ਜੁੜੇ ਹੋਏ ਹਾਂ ਜੀ। ਕਿਉਂਕਿ ਪਹਿਲਾਂ ਅਸੀਂ ਮਧੂਮੱਖੀ ਪਾਲਣ ਦੀ ਟ੍ਰੇਨਿੰਗ ਲੈ ਕੇ ਉਹ ਕੰਮ ਸ਼ੁਰੂ ਕਰਿਆ ਸੀ ਜੀ। ਫਿਰ ਅਸੀਂ ਨਾਲ ਪਿਗ ਫਾਰਮ ਦਾ ਜਿਹੜਾ ਕੰਮ ਸ਼ੁਰੂ ਕਰਿਆ ਸੀ ਜੀ। ਤੇ ਉਸ ਤੋਂ ਬਾਅਦ ਅਸੀਂ ਜਦੋਂ ਮਧੂਮੱਖੀ ਦੇ ਬਕਸੇ ਅਸੀਂ ਹੋਰ ਸਟੇਟਾਂ ਦੇ ਵਿੱਚ ਲੈ ਕੇ ਜਾਂਦੇ ਸੀ, ਤੇ ਸਾਨੂੰ ਪਤਾ ਲੱਗਿਆ ਵੀ ਜਿਹੜਾ ਬਲੈਲਰ ਫਾਰਮ ਹੈਗਾ ਇਹ ਵੀ ਬਹੁਤ ਵਧੀਆ ਇੱਕ ਸਫਲ ਕਿੱਤਾ ਹੈਗਾ। ਤਾਂ ਅਸੀਂ ਫਿਰ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਵਿੱਚ ਡਾਕਟਰ ਅਜੀਤਪਾਲ ਜੀ ਧਾਲੀਵਾਲ ਸਾਹਿਬ ਤੋਂ ਟ੍ਰੇਨਿੰਗ ਲੈ ਕੇ ਤੇ ਕੰਮ 2012 ਦੇ ਵਿੱਚ ਅਸੀਂ ਸਟਾਰਟ ਕੀਤਾ ਸੀਗਾ। ਸਟਾਰਟਿੰਗ ਦੇ ਵਿੱਚ ਅਸੀਂ 5500 ਜਾਨਵਰ ਤੋਂ ਅਸੀਂ ਜਿਹੜਾ ਇਹ ਸ਼ੁਰੂ ਕੀਤਾ।
ਜੀ। ਤਾਂ ਕ੍ਰਿਸ਼ੀ ਵਿਗਿਆਨ ਕੇਂਦਰ ਬਠਿੰਡਾ ਤੋਂ ਤੁਸੀਂ ਟ੍ਰੇਨਿੰਗ ਲਈ, ਹੋਰ ਵੀ ਕਈ ਕਿਸਮ ਦੇ ਜਿਹੜੇ ਸਹਾਇਕ ਕਿੱਤੇ ਆ ਸਮੇਂ-ਸਮੇਂ ਤੁਸੀਂ ਅਪਣਾਉਂਦੇ ਰਹੇ ਹੋ। ਤਾਂ ਸ਼ੁਰੂਆਤੀ ਦੌਰ ਤੇ ਕਿੰਨੇ ਕੁ ਤੁਸੀਂ ਜਿਹੜੇ ਜਾਨਵਰ ਰੱਖੇ ਹੋਏ ਸੀ, ਤੇ ਜੇ ਆਪਾਂ ਹੁਣ ਦੀ ਗੱਲ ਕਰੀਏ ਤਾਂ ਤੁਹਾਡਾ ਜਿਹੜਾ ਤੁੰਗਵਾਲੀ ਪਿੰਡ ਵਿਖੇ ਬੜਾ ਸ਼ਾਨਦਾਰ ਪੋਲਟਰੀ ਫਾਰਮਿੰਗ ਹੈ ਤੁਹਾਡੀ, ਜਿੱਥੇ ਮੈਨੂੰ ਜਾਣ ਦਾ ਮੌਕਾ ਮਿਲਿਆ, ਤਾਂ ਹੁਣ ਉਹਦੀ ਕਿੰਨੀ ਕੁ ਸਮਰੱਥਾ ਹੈ, ਕਿੰਨੇ ਪੰਛੀ ਪਾਲ ਸਕਦੇ ਹੋ? ਜੀ, ਇਸ ਟਾਈਮ ਆਪਣੇ ਕੋਲ 20,000 ਬਲੈਲਰ ਜਿਹੜਾ ਜਾਨਵਰ ਆਪਾਂ ਪਾਲ ਰਹੇ ਹਾਂ ਜੀ। ਦੋ ਆਪਣੇ ਕੋਲ ਸ਼ੈੱਡ ਬਣੇ ਹੋਏ ਨੇ, ਇੱਕ 12,000 ਦਾ, ਇੱਕ 8,000 ਦਾ ਜੀ। ਤੇ ਪਹਿਲਾਂ ਸਟਾਰਟਿੰਗ ਦੇ ਵਿੱਚ ਆਪਾਂ 5500 ਤੋਂ ਸ਼ੁਰੂ ਕੀਤਾ ਸੀ। ਜਿਵੇਂ ਜਿਵੇਂ ਕਿੱਤੇ ਦੇ ਵਿੱਚ ਸਾਨੂੰ ਥੋੜੀ ਜਾਣਕਾਰੀ ਵਧੀ, ਸਾਡੇ ਗਿਆਨ ਦੇ ਵਿੱਚ ਵਾਧਾ ਹੋਇਆ, ਬਾਕੀ ਮਾਹਰਾਂ ਦੀਆਂ ਸਿਫਾਰਿਸ਼ਾਂ ਅਨੁਸਾਰ ਅਸੀਂ ਕੰਮ ਕਰਦੇ ਰਹੇ ਤੇ ਹੁਣ ਸਾਨੂੰ 20,000 ਜਾਨਵਰ ਅਸੀਂ ਇਸ ਟਾਈਮ ਪਾਲ ਰਹੇ ਹਾਂ ਜੀ। ਕਿਸਾਨ ਵੀਰੋ ਤੇ ਭੈਣੋ, ਜਿਸ ਤਰ੍ਹਾਂ ਸਰਦਾਰ ਅਪਰਪਾਲ ਸਿੰਘ ਮਹਿਲ ਪਿੰਡ ਤੁੰਗਵਾਲੀ ਦਾ ਕਹਿਣਾ ਹੈ ਕਿ 5000 ਮੁਰਗੇ ਮੁਰਗੀਆਂ ਤੋਂ ਇਹਨਾਂ ਨੇ ਆਪਣਾ ਫਾਰਮ ਸ਼ੁਰੂ ਕੀਤਾ, ਜਿਸ ਦੀ ਕਿ ਸਮਰੱਥਾ ਹੁਣ 20,000 ਦੇ ਕਰੀਬ ਹੈ। ਬੜੀ ਸਫਲਤਾ ਸਹਿਤ ਇਸ ਕੰਮ ਨੂੰ ਕਰ ਰਹੇ ਨੇ। ਤਾਂ ਇਹਦੇ ਪਿੱਛੇ ਇਹਨਾਂ ਦੀ ਮਿਹਨਤ, ਇਹਨਾਂ ਦੀ ਇਮਾਨਦਾਰੀ, ਲਗਨ, ਸਿਖਲਾਈ, ਕ੍ਰਿਸ਼ੀ ਵਿਗਿਆਨ ਕੇਂਦਰ ਦੀਆਂ ਸੇਵਾਵਾਂ ਤੇ ਸਹਿਯੋਗ ਹੈ। ਤਾਂ ਮਹਿਲ ਸਾਹਿਬ, ਜਿਹੜਾ ਫਾਰਮ ਪ੍ਰਬੰਧਨ ਹੈ, ਇਹਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ ਫਾਰਮ ਦੀ ਕਾਮਯਾਬੀ ਦੇ ਵਿੱਚ, ਪੰਛੀਆਂ ਦੇ ਵਾਧੇ ਦੇ ਵਿੱਚ, ਵਿਕਾਸ ਦੇ ਵਿੱਚ, ਖਾਸ ਕਰਕੇ ਜਿਹੜੀਆਂ ਲਾਗਤਾਂ ਘਟਾਉਣ ਦੇ ਵਿੱਚ ਤੇ ਜਿਹੜੀ ਆਮਦਨ ਵਧਾਉਣ ਦੇ ਵਿੱਚ। ਤੇ ਜੇ ਮੈਂ ਤੁਹਾਡੀ ਜ਼ਬਾਨੀ ਸਾਡੇ ਉਹ तमाम ਸਰੋਤਿਆਂ ਦੇ ਵਾਸਤੇ ਜਾਣਨਾ ਚਾਹਾਂ ਜਿਹੜੇ ਇਸ ਵਕਤ ਤੁਹਾਡੀ ਗੱਲਬਾਤ ਨੂੰ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਜ਼ ਤੇ ਨਾਲੋਂ ਨਾਲ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਦੇ ਰਾਹੀਂ ਸੁਣ ਰਹੇ ਆ, ਤੁਹਾਡੀ ਅਤੇ ਡਾਕਟਰ ਸਾਹਿਬ ਦੀ ਗੱਲਬਾਤ ਨੂੰ ਬਾਅਦ ਦੇ ਵਿੱਚ ਸਾਡੇ ਸਰੋਤਿਆਂ ਨੇ ਕਿਸਾਨਵਾਣੀ ਦੇ YouTube ਚੈਨਲ AIR ਕਿਸਾਨਵਾਣੀ ਬਠਿੰਡਾ ਦੇ ਰਾਹੀਂ ਵੀ ਸੁਣਨਾ ਵੀ ਹੈ, ਮੰਨਣਾ ਵੀ ਹੈ। ਤਾਂ ਤੁਹਾਡਾ ਜਿਹੜਾ ਫਾਰਮ ਪ੍ਰਬੰਧਨ ਹੈ ਉਹ ਕਿਹੋ ਜਿਹਾ ਹੈ, ਕਿੰਨੇ ਕੁ ਏਰੀਏ ਦੇ ਵਿੱਚ ਬਣਿਆ ਹੋਇਆ ਹੈ, ਕੀ ਉੱਥੇ ਸੁਵਿਧਾਵਾਂ ਨੇ, ਕਿਹੜੀਆਂ ਗੱਲਾਂ ਦਾ ਉਚੇਚੇ ਤੌਰ ਤੇ ਧਿਆਨ ਰੱਖਿਆ ਗਿਆ ਹੈ, ਤੇ ਤੁਹਾਡੇ ਫਾਰਮ ਪ੍ਰਬੰਧਨ ਦਾ ਤੁਹਾਡੇ ਪੋਲਟਰੀ ਫਾਰਮਿੰਗ ਦੀ ਕਾਮਯਾਬੀ ਦੇ ਵਿੱਚ ਕੀ ਯੋਗਦਾਨ ਹੈ? ਜੀ ਬੁੱਟਰ ਸਾਹਿਬ, ਆਪਣੇ ਜਿਹੜਾ ਟੋਟਲ 4 ਕਨਾਲ ਦੇ ਵਿੱਚ ਇਹ 20,000 ਦਾ ਬਲੈਲਰ ਫਾਰਮ ਬਣਿਆ ਹੋਇਆ ਹੈਗਾ ਜੀ। ਇਹਦੇ ਅਲੱਗ-ਅਲੱਗ 2 ਸ਼ੈੱਡ ਬਣੇ ਹੋਏ ਨੇ ਜੀ। ਤੇ ਜਿਹੜਾ ਪ੍ਰਬੰਧ ਦੇ ਤੌਰ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਨੂੰ ਜਿਹੜੀ ਚੰਗੀ ਲੇਬਰ ਹੈ, ਜਾਣਕਾਰ ਲੇਬਰ ਆਪਾਂ ਨੂੰ ਰੱਖਣੀ ਚਾਹੀਦੀ ਹੈਗੀ ਜੀ। ਤੇ ਉਸ ਤੋਂ ਬਾਅਦ ਆਪਾਂ ਪ੍ਰੋਪਰ ਮਹਿਕਮੇ ਦੇ ਨਾਲ, ਡਾਕਟਰ ਸਾਹਿਬਾਨਾਂ ਦੇ ਨਾਲ ਗੱਲਬਾਤ ਕਰਦੇ ਰਹੀਏ ਕੰਟੀਨਿਊ, ਤੇ ਫੇਰ ਹੀ ਆਪਾਂ ਨੂੰ ਜਿਹੜਾ ਉਹਦੇ ਤਹਿਤ ਸਾਰੀਆਂ ਮੁਸ਼ਕਲਾਂ ਦਾ ਸਾਡੇ ਹੱਲ ਹੁੰਦੇ ਰਹਿੰਦੇ ਜੀ। ਤੇ ਉਸ ਤੋਂ ਬਾਅਦ ਅਸੀਂ ਆਪਣੇ ਕੋਲੇ ਇਸ ਟਾਈਮ ਜਿਹੜੇ ਗਰਮੀ ਦੇ ਵਾਰਡ ਪਾਏ ਹੋਏ ਨੇ, ਉਹਨਾਂ ਦੇ ਲਈ ਪ੍ਰਬੰਧ ਦੇ ਵਿੱਚ ਜਿਵੇਂ ਫੌਗਰ ਸਿਸਟਮ ਹੈ, ਟਾਟ ਪੱਲੀ ਹੈ ਸਾਈਡ ਦੇ ਉੱਪਰ ਜਿਹੜੇ ਚੱਲਣੀ ਹੈ, ਹਿਊਮਿਡਿਟੀ ਸੈੱਟ ਕਰਨ ਲਈ ਸਾਰਾ ਜਿਹੜਾ ਟੋਟਲ ਆਪਾਂ ਨੂੰ ਮਟੀਰੀਅਲ ਚਾਹੀਦਾ ਉਹ ਫਾਰਮ ਦੇ ਅੰਦਰ ਹੋਣਾ ਚਾਹੀਦਾ ਹੈਗਾ। ਫਿਰ ਹੀ ਆਪਾਂ ਨੂੰ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਆਪਣਾ ਇਹ ਕਿੱਤਾ ਹੈਗਾ ਉਹ ਪ੍ਰੋਫਿਟ ਦੇ ਵਿੱਚ ਆ ਸਕਦਾ ਜੀ। ਤਾਂ ਡਾਕਟਰ ਧਾਲੀਵਾਲ ਸਾਹਿਬ, ਜਿਸ ਤਰ੍ਹਾਂ ਕਿ ਅਪਰਪਾਲ ਸਿੰਘ ਜੀ ਨੇ ਦੱਸਿਆ, ਇਹਨਾਂ ਨੇ ਆਪਣੇ ਨਿੱਜੀ ਤਜਰਬਿਆਂ ਜਾਂ ਅਨੁਭਵ ਦੇ ਵਿੱਚੋਂ ਉਪਜੀਆਂ ਹੋਈਆਂ ਗੱਲਾਂ ਆਪਣੀ ਜ਼ੁਬਾਨੀ ਸਾਂਝੀਆਂ ਕੀਤੀਆਂ। ਤੁਹਾਡੀ ਆਪਣੀ ਇੱਕ ਦ੍ਰਿਸ਼ਟੀ ਹੈ, ਦ੍ਰਿਸ਼ਟੀਕੋਣ ਹੈ, ਤੁਹਾਡਾ ਇੱਕ ਅਨੁਭਵ ਹੈ, ਤੁਹਾਡਾ ਅਧਿਐਨ ਦਾ ਲੋਕਾਂ ਨੂੰ ਜਾਗਰੂਕ ਕਰਨ ਦਾ ਇੱਕ ਵਿਸ਼ਾ ਹੈ। ਤੇ ਤੁਹਾਡੇ ਹਿਸਾਬ ਦੇ ਨਾਲ ਜੇ ਪੋਲਟਰੀ ਫਾਰਮਿੰਗ ਦੀ ਆਪਾਂ ਗੱਲ ਕਰੀਏ, ਭਾਵੇਂ ਉਹ ਜਿਹੜੇ ਮੁਰਗੇ ਮੁਰਗੀਆਂ ਕਿਸੇ ਵੀ ਕਿਸਮ ਦੇ ਰੱਖੇ ਨੇ, ਸਾਡੇ ਇਸ ਇਲਾਕੇ ਨੂੰ ਮੁੱਖ ਰੱਖ ਕੇ, ਗਰਮੀ ਸਰਦੀ ਨੂੰ ਮੁੱਖ ਰੱਖ ਕੇ ਜਿਹੜਾ ਫਾਰਮ ਪ੍ਰਬੰਧਨ ਹੈ ਕਿਹੋ ਜਿਹਾ ਹੋਣਾ ਚਾਹੀਦਾ, ਤਾਂ ਜੋ ਜਿਹੜੇ ਸਾਡੇ ਕਿਸਾਨ ਭਰਾ ਨੇ ਜਿਹੜੇ ਇਸ ਕੰਮ ਨੂੰ ਸ਼ੁਰੂ ਕਰ ਲੈਂਦੇ ਨੇ ਉਹ ਕਿਸੇ ਪੱਖੋਂ ਮਾਰ ਨਾ ਖਾਣ, ਉਹਨਾਂ ਤੋਂ ਪ੍ਰੇਰਣਾ ਲੈ ਕੇ, ਉਹਨਾਂ ਤੋਂ ਊਰਜਾ ਲੈ ਕੇ ਹੋਰ ਵੀ ਕਿਸਾਨ ਇਸ ਪਾਸੇ ਆਉਣ। ਪੁੱਟਰ ਸਾਹਿਬ, ਜਿਵੇਂ ਮਾਲ ਸਾਹਿਬ ਨੇ ਦੱਸਿਆ ਜੀ ਕਿ ਗਰਮੀ ਦੇ ਵਿੱਚ ਵੀ ਤੇ ਸਰਦੀ ਦੇ ਵਿੱਚ ਵੀ, ਕਿਉਂਕਿ ਬੜਾ ਸੂਖਮ ਜਾਨਵਰ ਹੈ ਜੀ, 24 ਘੰਟੇ ਦੀ ਅਟੈਂਸ਼ਨ ਭਾਲਦਾ ਹੈ, 24 ਘੰਟੇ ਦੀ ਤਵੱਜੋ ਭਾਲਦਾ ਹੈ ਜੀ। ਬਿਨਾਂ ਨਿਗਰਾਨੀ ਤੋਂ ਇਸ ਧੰਦੇ ਦੀ ਕਾਮਯਾਬੀ ਜਿਹੜੀ ਆ ਉਹ ਕਿਸੇ ਵੀ ਤਰੀਕੇ ਦੇ ਨਾਲ ਪੂਰੀ ਨਹੀਂ ਹੋ ਸਕਦੀ ਜੀ। ਇਸ ਕਾਮਯਾਬੀ ਦੇ ਵਿੱਚ ਸਾਡੇ ਚਕੰਨੇ ਰਹਿਣਾ, ਜਿਵੇਂ ਹੁਣ ਗਰਮੀ ਦੀ ਗੱਲ ਅਪਰਪਾਲ ਨੇ ਕੀਤੀ ਆ ਕਿ ਫੌਗਰ ਵੀ ਲੱਗੇ ਹੋਏ ਆ, ਟਾਟ ਪੱਲੀ ਜਿਹੜੀ ਸਾਈਡ ਤੇ ਲੱਗੀ ਆ, ਬਾਹਰ ਵਾਲੇ ਪਾਸੇ ਪਰਦੇ ਲੱਗੇ ਆ। ਜਦੋਂ ਟਾਟ ਪੱਲੀ ਤੇ ਪਾਣੀ ਪੈਂਦਾ ਤੇ ਬਾਹਰਲੀ ਗਰਮ ਹਵਾ ਜਦੋਂ ਠੰਡੀ ਹੋ ਕੇ ਅੰਦਰ ਆਉਂਦੀ ਆ ਤਾਂ ਉਹ ਸੁਭਾਵਿਕ ਤੌਰ ਤੇ ਆ ਕਿ ਜਿਹੜਾ ਬਰਡ ਆ ਉਹਦੇ ਵਾਸਤੇ ਅਨੁਕੂਲ ਵਾਤਾਵਰਣ ਜਿਹੜੀ ਆ ਪ੍ਰੋਵਾਈਡ ਕਰਦੀ ਆ ਜੀ। ਤੇ ਅੰਦਰ ਵਾਲੇ ਪਾਸੇ ਜਿਹੜੇ ਫੌਗਰ ਹੈ, ਕਿਉਂਕਿ ਦੁਪਹਿਰ ਦਾ ਜਿਹੜਾ ਤਾਪਮਾਨ 10-11 ਵਜੇ ਤੋਂ ਬਾਅਦ ਵਧਣਾ ਸ਼ੁਰੂ ਹੋ ਜਾਂਦਾ ਤੇ ਤਕਰੀਬਨ 3-4 ਵਜੇ ਤੱਕ ਜਿਹੜਾ ਟੈਂਪਰੇਚਰ ਆ ਬੜਾ ਸਿਖਰ ਤੇ ਰਹਿੰਦਾ ਬਿਲਕੁਲ। ਹੁਣ ਤਾਂ ਤੁਸੀਂ ਦੇਖਿਆ ਹੋਣਾ ਬਾਰਿਸ਼ਾਂ ਕਰਕੇ ਥੋੜਾ ਜਿਹਾ ਟੈਂਪਰੇਚਰ ਘਟਿਆ, ਨਹੀਂ ਤਾਂ ਇਹ 44 ਡਿਗਰੀ 43 ਡਿਗਰੀ ਨੂੰ ਟੱਚ ਕਰਨ ਲੱਗ ਗਿਆ ਸੀ। ਤਾਂ ਉਦੋਂ ਜਿਹੜਾ ਇਹ ਸੂਖਮ ਜਾਨਵਰ ਹੈ ਆਪਦਾ ਫੀਡ ਇਨਟੇਕ ਹੈ, ਆਪਦੀ ਖੁਰਾਕ ਲੈਣੀ ਜਿਹੜੀ ਉਹਨੂੰ ਘਟਾਉਂਦਾ ਹੈ, ਆਪਦੀ ਗਰੋਥ ਜਿਹੜੀ ਉਹਨੂੰ ਵੀ ਘਟਾਉਣ ਦੀ ਕੋਸ਼ਿਸ਼ ਕਰਦਾ ਹੈ। ਤੇ ਜਦੋਂ ਇਹ ਸਾਰੀਆਂ ਚੀਜ਼ਾਂ ਵਾਪਰਦੀਆਂ ਤਾਂ ਸਾਨੂੰ ਘਾਟਾ ਪੈਂਦਾ।
ਤਾਂ ਉਸ ਵਾਸਤੇ ਸਾਨੂੰ ਵਾਤਾਵਰਣ ਦਾ ਕੰਟਰੋਲ ਕਰਨਾ ਗਰਮੀ 'ਚ ਵੀ ਜ਼ਰੂਰੀ ਹੈ। ਇਵੇਂ ਅੱਗੇ ਫਿਰ ਸਰਦੀ ਆ ਜਾਣੀ ਆ, ਸਰਦੀ ਦੇ ਵਿੱਚ ਸਰਦੀ ਦੀ ਮੈਨੇਜਮੈਂਟ, ਪੱਲੀਆਂ ਲਾ ਕੇ, ਟਾਟ ਲਾ ਕੇ, ਪਰਦੇ ਲਾ ਕੇ ਅਸੀਂ ਸਰਦੀ ਦਾ ਬਚਾਅ ਕਰਨਾ, ਹੀਟਰ ਤੇ ਕੂਲਿੰਗ ਇੰਸਟਰੂਮੈਂਟ ਕੋਈ ਪੱਠੀ ਲਾ ਕੇ ਉਦੋਂ ਸਰਦੀ ਦਾ ਬਚਾਅ ਕੀਤਾ ਜਾਂਦਾ, ਕਿਉਂਕਿ ਜਾਨਵਰ ਨੇ ਹਰ ਰੋਜ਼ ਫੀਡ ਖਾਣਾ ਤੇ ਉਸ ਫੀਡ ਨਾਲ ਆਪਦਾ ਵਾਧਾ ਵਿਕਾਸ ਕਰਨਾ। ਅਸੀਂ ਜੇ ਫੀਡ ਨੂੰ ਸਹੀ ਰੂਪ ਦੇ ਵਿੱਚ ਪਾ ਰਹੇ ਹਾਂ ਤੇ ਸਹੀ ਜਿਹੜਾ ਜਾਨਵਰ ਉਹ ਆਪਦਾ ਵਾਧਾ ਵਿਕਾਸ ਕਰ ਰਹੇ ਆ, ਤਾਂ ਹੀ ਅਸੀਂ 38-40 ਦਿਨਾਂ ਦੇ ਵਿੱਚ ਉਹਦਾ 2 ਕਿਲੋ ਪਲੱਸ ਦਾ weight ਲੈ ਸਕਦੇ ਹਾਂ। ਜੇ ਸਾਡੀ ਮੈਨੇਜਮੈਂਟ ਦੇ ਵਿੱਚ ਕਿਤੇ ਵੀ ਕੋਈ ਖਰਾਬੀ ਆਉਂਦੀ ਹੈ ਤਾਂ weight ਘਟਦਾ ਹੈ, ਜਦੋਂ weight ਘਟਦਾ ਸਾਡਾ ਨੁਕਸਾਨ। ਜੀ, ਤਾਂ ਡਾਕਟਰ ਸਾਹਿਬ ਬੜੇ ਤਕਨੀਕੀ ਪੱਖਾਂ ਤੋਂ ਤੁਸੀਂ ਜਾਣੂ ਕਰਾਇਆ ਕਿ ਜਿਹੜਾ ਫਾਰਮ ਪ੍ਰਬੰਧਨ ਹੈ ਉਹ ਮੌਸਮ ਦੇ ਲਿਹਾਜ਼ ਦੇ ਨਾਲ, ਪੰਛੀ ਦੀ ਉਮਰ ਦੇ ਲਿਹਾਜ਼ ਦੇ ਨਾਲ ਕਿਸ ਤਰ੍ਹਾਂ ਹੋਣਾ ਚਾਹੀਦਾ ਹੈ। ਤਾਂ ਤੁਸੀਂ ਖਾਦ ਖੁਰਾਕ ਦੀ ਗੱਲ ਕਰੀ, ਕਿਉਂਕਿ ਭਾਵੇਂ ਮੁਰਗੇ ਰੱਖੇ ਐ, ਭਾਵੇਂ ਮੁਰਗੀਆਂ ਰੱਖੀਆਂ ਨੇ ਅੰਡਿਆਂ ਵਾਸਤੇ, ਨਸਲ ਉਹਨਾਂ ਦੀ ਕੋਈ ਵੀ ਹੈ, ਕਿਉਂਕਿ ਉਹਨਾਂ ਦੇ ਵਾਧੇ ਦੇ ਵਿੱਚ, ਉਹਨਾਂ ਦੇ ਵਿਕਾਸ ਦੇ ਵਿੱਚ ਜਿਹੜੇ ਖੁਰਾਕ ਦਾ ਬੜਾ ਵਧੀਆ ਯੋਗਦਾਨ ਹੁੰਦਾ ਹੈ। ਤਾਂ ਡਾਕਟਰ ਸਾਹਿਬ ਤੁਹਾਡੇ ਹਿਸਾਬ ਦੇ ਨਾਲ ਮੈਂ ਸਾਡੇ तमाम ਮੁਰਗੀ ਪਾਲਕਾਂ ਦੇ ਵਾਸਤੇ, ਪੋਲਟਰੀ ਫਾਰਮਰਾਂ ਦੇ ਵਾਸਤੇ, ਜਾਂ ਉਹ ਨੌਜਵਾਨ ਜਿਹੜੇ ਤੁਹਾਡੀ ਗੱਲਬਾਤ ਨੂੰ ਸੁਣ ਕੇ ਆਉਣ ਵਾਲੇ ਸਮੇਂ ਦੇ ਵਿੱਚ, ਆਉਣ ਵਾਲੇ ਦਿਨਾਂ ਦੇ ਵਿੱਚ ਇਸ ਕਿੱਤੇ ਨੂੰ ਇੱਕ ਸਹਾਇਕ ਕਿੱਤੇ ਵਜੋਂ ਅਪਣਾਉਣਗੇ, ਤਾਂ ਪੋਲਟਰੀ ਫਾਰਮ ਦੇ ਵਾਸਤੇ ਜਿਹੜਾ ਖੁਰਾਕ ਪ੍ਰਬੰਧ ਹੈ ਉਹ ਕਿਹੋ ਜਿਹਾ ਹੋਣਾ ਚਾਹੀਦਾ? ਸਭ ਤੋਂ ਪਹਿਲਾਂ ਤਾਂ ਬੁੱਟਰ ਸਾਹਿਬ ਜਿਹੜੀ ਖੁਰਾਕ ਹੈ ਉਹ ਇੱਕ ਇਹੋ ਜਿਹੀ ਚੀਜ਼ ਹੈ ਜਿਹਦੇ ਵਿੱਚ ਅਸੀਂ ਸਾਰੇ ਦੇ ਸਾਰੇ ਤੱਤ ਨੂੰ ਆਰਟੀਫੀਸ਼ੀਅਲੀ ਜਾਂ ਬਾਹਰੀ ਰੂਪ ਦੇ ਵਿੱਚ ਦੇ ਰਹੇ ਹਾਂ। ਉਹਨਾਂ ਤੱਤਾਂ ਦੇ ਨਾਲ ਹੀ ਭਾਵੇਂ ਉਹਦੇ ਚੋਂ ਪ੍ਰੋਟੀਨ ਹੈ, ਭਾਵੇਂ ਮਿਨਰਲ ਵਿਟਾਮਿਨ ਹੈ, ਭਾਵੇਂ એનર્ਜੀ ਦਾ ਸੋਰਸ ਹੈ, ਉਹ ਸਾਰੀ ਇਹਦੇ ਵਾਧੇ ਵਿਕਾਸ ਵਾਸਤੇ ਕੰਮ ਕਰਦੀ ਹੈ। ਖੁਰਾਕ ਇੱਕ ਇਹੋ ਜਿਹੀ ਚੀਜ਼ ਹੈ ਜਿਹੜੀ 70-75% ਸਾਡਾ ਖਰਚਾ ਜਿਹੜਾ ਕੁੱਲ ਲਾਗਤ ਦਾ ਜਿਹੜਾ ਉਹ ਕੱਲੀ ਖੁਰਾਕ ਦੇ ਉੱਤੇ ਹੁੰਦਾ ਹੈ। ਜਦੋਂ ਅਸੀਂ ਇੱਕ ਵਧੀਆ ਖੁਰਾਕ ਜਾਨਵਰ ਨੂੰ ਦਿੰਦੇ ਆ ਤਾਂ ਉਹ ਖੁਰਾਕ ਸਹੀ ਸਮੇਂ ਦੇ ਉੱਤੇ ਲੈ ਕੇ ਉਸ ਖੁਰਾਕ ਦੇ ਨਾਲ ਆਪਦਾ ਸਰੀਰਕ ਵਾਧਾ ਕਰਦਾ ਜੀ, ਉਹ ਬਰਕਰਾਰ ਰਹਿੰਦਾ। ਜੇ ਉਹ ਆਂਡੇ ਦੇਣ ਵਾਲੀ ਮੁਰਗੀ ਆ ਤਾਂ ਉਸੇ ਖੁਰਾਕ ਦੇ ਨਾਲ ਉਹ ਆਂਡਿਆਂ ਦੀ ਉਪਜ ਕਰਦੀ ਹੈ ਤੇ 24 ਘੰਟਿਆਂ ਦੇ ਵਿੱਚ ਜਿਹੜਾ ਆਂਡਾ ਬਣ ਕੇ ਉਹਦੇ ਸਰੀਰ ਦੇ ਵਿੱਚੋਂ ਬਾਹਰ ਆਉਂਦਾ, ਤੇ ਜਦੋਂ ਆਂਡਾ ਬਾਹਰ ਆ ਜਾਂਦਾ ਉਸ ਤੋਂ ਬਾਅਦ ਅਗਲਾ ਉਹ ਜਿਹੜਾ ਸ਼ੈੱਡ ਹੁੰਦਾ। ਇਸੇ ਕਰਕੇ ਕਹਿੰਦੇ ਆ ਕਿ ਇੱਕ ਦਿਨ ਦੇ ਵਿੱਚ 2 ਆਂਡੇ ਨਹੀਂ ਆਉਂਦੇਗੇ, ਇੱਕ ਟਾਈਮ ਦੇ ਉੱਤੇ ਇੱਕੋ ਉਹ ਜਿਹੜਾ ਉਹ ਸ਼ੈੱਡ ਹੁੰਦਾ। ਤੇ ਇਸ ਤਰੀਕੇ ਦੇ ਨਾਲ ਜੇ ਸਾਡੀ ਖੁਰਾਕ ਵਧੀਆ ਹੈਗੀ ਆ ਤੇ ਖੁਰਾਕ ਨੂੰ ਸਹੀ ਸਮੇਂ ਦੇ ਉੱਤੇ ਦਿੱਤਾ ਗਿਆ, ਗਰਮੀ ਦੇ ਵਿੱਚ ਅਸੀਂ ਠੰਡੇ ਪੈਰ ਦਾ ਧਿਆਨ ਰੱਖਣਾ, ਠੰਡੇ ਪੈਰ ਦੇ ਵਿੱਚ ਖੁਰਾਕ ਨੂੰ ਲੈ ਕੇ ਜਾਣਾ, ਤੇ ਸਰਦੀ ਦੇ ਵਿੱਚ ਥੋੜੀ ਜਿਹੀ ਦਿਨ ਖੜੇ ਖੁਰਾਕ ਦੇਣ ਦੀ ਕੋਸ਼ਿਸ਼ ਕਰਨੀ ਹੈ, ਤਾਂ ਜੋ ਕਿ ਉਸੇ ਖੁਰਾਕ ਦੇ ਨਾਲ ਜਾਨਵਰ ਜਿਹੜਾ ਹੈਗਾ ਸਹੀ ਅਨੁਪਾਤ ਦੇ ਵਿੱਚ ਖੁਰਾਕ ਨੂੰ ਲਵੇ। ਉਹਦੇ ਨਾਲ ਨਾਲ ਕੋਸ਼ਿਸ਼ ਕਰਨੀ ਹੈ ਕਿ ਗਰਮੀ ਦੇ ਦਿਨਾਂ ਦੇ ਵਿੱਚ ਜਦੋਂ ਜਾਨਵਰ ਖੁਰਾਕ ਨੂੰ ਘਟਾਉਂਦਾ ਹੈ ਤਾਂ ਉਦੋਂ ਠੰਡੇ ਪੈਰ ਨੂੰ ਫੋਗਰ ਨਾਲ, ਸਪ੍ਰਿੰਕਲਰ ਨਾਲ ਜਾਂ ਪਾਣੀ ਛਿੜਕ ਕੇ ਜਾਂ ਆਲੇ ਦੁਆਲੇ ਕੋਈ ਗਰੀਨਰੀ ਲਾ ਕੇ ਉਹਦੀ ਥੋੜੀ ਜਿਹੀ ਗਰਮੀ ਦਾ ਬੰਦੋਬਸਤ ਕਰਨ ਦੀ ਕੋਸ਼ਿਸ਼ ਕਰਨੀ ਹੈ, ਕਿਉਂਕਿ ਗਰਮੀ ਦੇ ਜਿਹੜੇ ਪੈਰ ਹੈ ਉਹਦੇ ਵਿੱਚ ਕਈ ਵਾਰੀ ਜਦੋਂ ਤਾਪਮਾਨ ਵੱਧਦਾ ਤੇ ਜਾਨਵਰ ਜਿਹੜਾ ਖੁਰਾਕ ਲੈਣ ਦੀ ਆਪਦੀ ਤੀਬਰਤਾ ਉਹਨੂੰ ਘਟਾਉਣ ਦੀ ਕੋਸ਼ਿਸ਼ ਕਰਦਾ, ਉੱਥੇ ਅਸੀਂ ਕੋਸ਼ਿਸ਼ ਕਰਨੀ ਹੈ ਕਿ ਉਹਦੀ ਜਿਹੜੀ ਖੁਰਾਕ ਲੈਣ ਦੀ ਸਮਰੱਥਾ ਹੈ ਉਹ ਪੂਰੀ ਰਹੇ ਤੇ ਉਹਦਾ ਜਿਹੜਾ ਵਾਧਾ ਵਿਕਾਸ ਉਹ ਸਹੀ ਹੁੰਦਾ ਰਹੇ। ਜੀ, ਤਾਂ ਕਿਸਾਨ ਵੀਰੋ ਤੇ ਭੈਣੋ, ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਫਲ ਪੋਲਟਰੀ ਫਾਰਮਿੰਗ ਦੇ ਬਾਰੇ ਗੱਲਾਂ ਬਾਤਾਂ ਤੁਸੀਂ ਸੁਣ ਰਹੇ ਹੋ। ਡਾਕਟਰ ਅਜੀਤਪਾਲ ਸਿੰਘ, ਪ੍ਰੋਫੈਸਰ ਐਨੀਮਲ ਸਾਇੰਸਿਜ਼, ਕ੍ਰਿਸ਼ੀ ਵਿਗਿਆਨ ਕੇਂਦਰ ਬਠਿੰਡਾ, ਤੇ ਨਾਲ ਹੀ ਸਾਡੇ ਅਗਾਂਹਵਧੂ ਕਿਸਾਨ ਨੇ ਸਰਦਾਰ ਅਪਰਪਾਲ ਸਿੰਘ ਮਹਿਰ, ਪਿੰਡ ਤੁੰਗਵਾਲੀ। ਤਾਂ ਮਹਿਲ ਸਾਹਿਬ, ਡਾਕਟਰ ਸਾਹਿਬ ਨੇ ਆਪਣੇ ਹਿਸਾਬ ਦੇ ਨਾਲ ਜਿਹੜੀ ਖੁਰਾਕ ਦੀ ਗੱਲ ਕੀਤੀ, ਖੁਰਾਕ ਦੀ ਪੋਲਟਰੀ ਫਾਰਮ ਦੇ ਵਿੱਚ ਲੋੜ ਕੀ ਹੈ, ਮਹੱਤਤਾ ਕੀ ਹੈ, ਖੁਰਾਕ ਕਿਹੋ ਜਿਹੀ ਹੋਣੀ ਚਾਹੀਦੀ ਹੈ, ਉਹਦੇ ਵਾਸਤੇ ਸਮਾਂ ਪ੍ਰਬੰਧਨ ਕਿਹੋ ਜਿਹਾ ਹੋਣਾ ਚਾਹੀਦਾ, ਗਰਮੀ ਸਰਦੀ ਨੂੰ ਕਿਸ ਤਰ੍ਹਾਂ ਮੁੱਖ ਰੱਖਣਾ ਹੈ। ਤੁਸੀਂ ਇਸ ਕੰਮ ਦੇ ਨਾਲ ਵਿਹਾਰਕ ਤੌਰ ਤੇ ਜੁੜੇ ਹੋਏ ਹੋ, ਲਗਭਗ 10 ਸਾਲ ਦਾ ਤੁਹਾਡੇ ਕੋਲ ਇੱਕ ਵਿਸ਼ਾਲ ਅਨੁਭਵ ਹੈ। ਤਾਂ 20,000 ਦੇ ਕਰੀਬ ਜਿਹੜੇ ਬਲੈਲਰ ਨਸਲ ਦੇ ਤੁਸੀਂ ਮੁਰਗੀਆਂ ਆਪਣੇ ਫਾਰਮ ਦੇ ਉੱਤੇ ਰੱਖੇ ਹੋਏ ਨੇ। ਤਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਜੇ ਆਪਾਂ ਖੁਰਾਕ ਦੀ ਗੱਲ ਕਰੀਏ, ਪੰਛੀ ਦੇ, ਚੂਚਿਆਂ ਦੇ ਤੁਹਾਡੇ ਫਾਰਮ ਦੇ ਵਿੱਚ ਆਉਣ ਤੋਂ ਲੈ ਕੇ ਉਹਨਾਂ ਦੇ ਮੰਡੀ ਦੇ ਵਿੱਚ ਜਾਣ ਤੱਕ ਦੀ ਜੇਕਰ ਆਪਾਂ ਗੱਲ ਕਰੀਏ, ਉਦੋਂ ਦੇ ਸਫ਼ਰ ਦੀ ਗੱਲ ਕਰੀਏ, ਤਾਂ ਫਿਰ ਖੁਰਾਕ ਦੇ ਵਾਸਤੇ ਤੁਸੀਂ ਕਿਹੋ ਜਿਹੇ ਇੰਤਜ਼ਾਮ ਕਰਦੇ ਹੋ, ਕੀ ਟਾਈਮ ਟੇਬਲ ਬਣਾਉਂਦੇ ਹੋ, ਕਿਹੋ ਜਿਹੀ ਖੁਰਾਕ ਹੁੰਦੀ ਹੈ, ਕਿਸ ਤਰ੍ਹਾਂ ਪਾਉਂਦੇ ਹੋ, ਕੀ ਉਹਦਾ ਹਿਸਾਬ ਕਿਤਾਬ ਹੁੰਦਾ? ਜੀ ਬੁੱਟਰ ਸਾਹਿਬ, ਸਟਾਰਟਿੰਗ ਦੇ ਵਿੱਚ ਜਦੋਂ ਚੈਕਸ ਆਉਂਦਾਗਾ, ਆਪਾਂ ਪਹਿਲਾਂ ਉਸਨੂੰ ਮਿੱਠਾ ਸੋਡਾ ਤੇ ਜਿਹੜਾ ਗੁੜ ਦਾ ਘੋਲ ਹੈਗਾ ਉਹ ਦਿੰਨੇ ਆਂਗੇ, ਤਾਂ ਕਿ ਜਿਹੜੀ ਉਹਦੀ ਯੋਕ ਆ ਚੰਗੀ ਤਰ੍ਹਾਂ ਖੁੱਲ ਜਾਵੇ। ਉਸ ਤੋਂ 4 ਘੰਟੇ ਬਾਅਦ ਜਿਹੜੀ ਉਹਨੂੰ ਫਸਟ ਫੀਡ ਦਿੰਨੇ ਆਂਗੇ। ਉਸ ਤੋਂ ਬਾਅਦ ਹਰ ਰੋਜ਼ ਗਰਮੀ ਦੇ ਦਿਨਾਂ ਦੇ ਵਿੱਚ, ਜਿਵੇਂ ਡਾਕਟਰ ਸਾਹਿਬ ਨੇ ਦੱਸਿਆ, ਕਿ ਅਸੀਂ ਠੰਡੇ ਪੈਰ ਦੇ ਵਿੱਚ ਖੁਰਾਕ ਦੇਣੀ ਆ, ਤੇ ਸਰਦੀ ਦੇ ਦਿਨਾਂ ਦੇ ਵਿੱਚ ਅਸੀਂ ਜਿਹੜਾ ਦਿਨ ਖੜੇ ਖੁਰਾਕ ਦੇਣੀ ਆ। ਤੇ ਗਰਮੀ ਦੇ ਵਿੱਚ ਜਿਵੇਂ ਹੁਣ ਅੱਜ ਕੱਲ ਚੱਲ ਰਿਹਾ ਜੀ, ਹੁਣ ਆਪਾਂ ਹਰ ਰੋਜ਼ ਸਵੇਰੇ 5 ਵਜੇ ਤੋਂ ਲੈ ਕੇ 6 ਵਜੇ ਦੇ ਵਿੱਚ ਜਿਹੜੀ ਖੁਰਾਕ ਦਾ ਪੀਰੀਅਡ ਆ ਪੂਰਾ ਕਰ ਲੈਂਦੇ ਆ, ਤੇ ਤਾਂ ਕਿ ਜੋ ਜਾਨਵਰ ਸਾਰਾ 7 ਵਜੇ ਤੱਕ ਖੁਰਾਕ ਖਾ ਕੇ ਤੇ 8, 8:30 ਵਜੇ ਤੱਕ ਜਿਹੜਾ ਉਹਦਾ ਹਜਮ ਹੋ ਜਾਵੇ, ਤੇ ਉਸ ਤੋਂ ਬਾਅਦ ਉਹ ਆਪਦੀ ਬੋਡੀ ਵੇਟ ਆ ਜਿਹੜਾ ਚੰਗਾ ਆਪਾਂ ਨੂੰ ਮਿਲ ਸਕੇ ਉਸਦਾ। ਤੇ
ਬਸ ਉਸ ਤੋਂ ਬਾਅਦ ਫਿਰ 24 ਘੰਟੇ ਬਾਅਦ ਆਪਾਂ ਫੀਡ ਦੁਬਾਰਾ ਫੀਡਰਾਂ ਦੇ ਵਿੱਚ ਪਾਉਣੀ ਹੁੰਦੀ ਆ ਤੇ ਇਸ ਤਰ੍ਹਾਂ ਹੀ ਇਹਨਾਂ ਦਾ ਜਿਹੜਾ ਰਹਿੰਦਾਗਾ ਪੂਰਾ ਜਿਹੜਾ ਲੋਟ ਰਹਿੰਦਾਗਾ। ਤੇ ਮੰਡੀਕਰਨ ਦੇ ਵਿੱਚ ਜਦੋਂ ਆਪਾਂ ਲਾਸਟ ਦੇ ਦਿਨਾਂ ਦੇ ਵਿੱਚ ਇਹਨਾਂ ਦੀ ਅਲੱਗ-ਅਲੱਗ ਤਰ੍ਹਾਂ ਦੀ ਫੀਡ ਹੈਗੀ, ਬੱਚੇ ਦੀ ਹੋਰ ਹੈ, ਜਦੋਂ ਗਰੋਥ ਤੇ ਹੁੰਦਾ ਜਾਨਵਰ ਉਦੋਂ ਹੋਰ ਹੈ, ਤੇ ਲਾਸਟ ਟਾਈਮ ਦੇ ਉੱਤੇ ਆ ਕੇ ਜਿਹੜੀ 28 ਦਿਨ ਤੋਂ ਬਾਅਦ ਇਹਨਾਂ ਦੀ ਜਿਹੜੀ ਫਿਨਿਸ਼ਰ ਫੀਡ ਚੱਲਦੀ ਹੈਗੀ ਉਹ ਹੋਰ ਤਰ੍ਹਾਂ ਦੀ ਹੈ, ਉਹਦੇ ਜਿਹੜੇ ਤੱਤ ਨੇ ਹੋਰ ਤਰ੍ਹਾਂ ਦੇ ਆ। ਤੇ ਇਸ ਤਰ੍ਹਾਂ ਇਹਨਾਂ ਨੂੰ ਜਿਹੜਾ 3 ਫੀਡਾਂ ਦੇ ਰਾਹੀਂ ਆਪਾਂ ਟੋਟਲ ਇਹਦਾ ਪੀਰੀਅਡ ਜਿਹੜਾ ਕੰਪਲੀਟ ਕਰਦੇ ਹਾਂ ਜੀ। ਤਾਂ ਖਾਦ ਖੁਰਾਕ ਬਾਰੇ ਬਾਖੂਬੀ ਤੁਸੀਂ ਆਪਣੇ ਜਿਹੜੇ ਨਿੱਜੀ ਅਨੁਭਵ ਦੇ ਵਿੱਚੋਂ ਉਪਜੀਆਂ ਹੋਈਆਂ ਗੱਲਾਂ ਸਾਂਝੀਆਂ ਕੀਤੀਆਂ। ਤਾਂ ਮਹਿਲ ਸਾਹਿਬ, ਉਸ ਤੋਂ ਬਾਅਦ ਮੰਡੀਕਰਨ ਦੀ ਗੱਲ ਆ ਜਾਂਦੀ ਹੈ, ਕਿਉਂਕਿ ਸਾਡੇ ਇਸ ਇਲਾਕੇ ਦੇ ਵਿੱਚ ਜੇਕਰ ਆਪਾਂ ਗੱਲ ਕਰੀਏ ਬਹੁਤ ਸਾਰੇ ਜਿਹੜੇ ਸਾਡੇ ਕਿਸਾਨ ਭਰਾ ਆ ਉਹ ਇਸ ਪਾਸੇ ਆਏ, ਪਰ ਔਰ ਨਾਲ ਦੀ ਨਾਲ ਹੀ ਇਸ ਕੰਮ ਨੂੰ ਬੰਦ ਕਰਦੇ ਵੀ ਦੇਖੇ ਗਏ ਆ। ਤੁਸੀਂ 10 ਸਾਲ ਤੋਂ ਇਸ ਖੇਤਰ ਦੇ ਵਿੱਚੋਂ, ਜੇ ਤੁਹਾਡੀ ਮੈਂ ਕਾਮਯਾਬੀ ਦਾ ਰਾਜ ਜਾਣਨਾ ਚਾਹਾਂ, ਜਾਂ 5000 ਪੰਛੀਆਂ ਤੋਂ ਸ਼ੁਰੂ ਕਰਕੇ ਅੱਜ ਤੁਸੀਂ 20000 ਪੰਛੀਆਂ ਤੱਕ ਪਹੁੰਚ ਚੁੱਕੇ ਹੋ, ਜਾਂ ਤੁਹਾਡੇ ਤੋਂ ਉਦਾਹਰਨ ਲੈ ਕੇ ਤੁਹਾਡੇ ਪਿੰਡ ਤੇ ਰਿਸ਼ਤੇਦਾਰ, ਸਕੇ ਸੰਬੰਧੀ ਹੋਰ ਵੀ ਇਸ ਕਿੱਤੇ ਦੇ ਨਾਲ ਜੁੜੇ ਹੋਏ ਨੇ, ਤਾਂ ਤੁਹਾਡੀ ਕਾਮਯਾਬੀ ਦਾ ਫਿਰ ਕੀ ਰਾਜ ਹੈ? ਕਿਹੜੀਆਂ ਗੱਲਾਂ ਜਿਹੜੀਆਂ ਤੁਹਾਨੂੰ ਇੱਥੋਂ ਤੱਕ ਲੈ ਕੇ ਆਈਆਂ? ਤੇ ਜੇ ਸਾਡੇ ਖੇਤਰ ਦੇ ਵਿੱਚ ਪੋਲਟਰੀ ਫਾਰਮ ਦੀ ਆਪਾਂ ਗੱਲ ਕਰੀਏ, ਕਈ ਫਾਰਮ ਖੁੱਲ੍ਹ ਕੇ ਬੰਦ ਹੋ ਜਾਂਦੇ, ਉਹਦਾ ਤੁਸੀਂ ਕੀ ਕਾਰਨ ਸਮਝਦੇ ਹੋ? ਉਹ ਬੰਦ ਹੋਣ ਦੇ ਕਈ ਕਾਰਨ ਹੋ ਜਾਂਦੇ, ਕੁਝ ਬੰਦੇ ਦੇ ਮਿਹਨਤ ਦੇ ਉੱਤੇ ਵੀ ਡਿਪੈਂਡ ਕਰਦਾ ਹੈਗਾ, ਤੇ ਕੁਝ ਕਈ ਵਾਰੀ ਬੰਦੇ ਦੀਆਂ ਸਮੱਸਿਆਵਾਂ ਇਸ ਤਰ੍ਹਾਂ ਦੀਆਂ ਹੋ ਜਾਂਦੀਆਂ ਨੇ ਕਿ ਉਹਨਾਂ ਨੂੰ ਫਾਰਮ ਜਿਹੜਾ ਬੰਦ ਕਰਨਾ ਪੈਂਦਾ ਜੀ। ਤੇ ਜ਼ਿਆਦਾਤਰ ਜਿਹੜੇ ਆਪਣੇ ਕਿਸਾਨ ਭਾਈ ਨੇ ਉਹ ਆਪਾਂ ਜਿਹੜਾ ਲੋਨ ਵਗੈਰਾ ਦੇ ਸਿਸਟਮ ਕਰਕੇ ਵੀ ਆਪਣੇ ਜਿਹੜੇ ਸਿਸਟਮ ਹੈ ਬੰਦ ਹੋ ਜਾਂਦੇ। ਜਿਹੜਾ ਅਸੀਂ ਦੇਖਿਆ ਇਸ ਖੇਤਰ ਦੇ ਵਿੱਚ, ਉਹ ਅਸੀਂ ਜਿਹੜਾ ਕੰਮ ਕਰ ਰਹੇ ਹਾਂ ਇਹ ਬੈਂਕਿੰਗ ਕੰਪਨੀ ਨਾਲ ਕਰ ਰਹੇ ਹਾਂ ਇੰਟੀਗ੍ਰੇਸ਼ਨ ਦੇ ਰਾਹੀਂ। ਤੇ ਜੇਕਰ ਅਸੀਂ ਆਪਦਾ ਪਰਸਨਲ ਕਰਦੇ ਤਾਂ ਸ਼ਾਇਦ ਸਾਨੂੰ ਇੰਨਾ ਪ੍ਰੋਫਿਟ ਨਾ ਆਉਂਦਾ, ਤੇ ਕਿਉਂਕਿ ਅਸੀਂ ਦੇਖਿਆ ਵੀ ਜਿੰਨੇ ਬੰਦੇ ਪਰਸਨਲ ਕਰ ਰਹੇ ਆ ਉਹਨਾਂ ਨੂੰ ਉਨੀ ਬਚਤ ਨਹੀਂ ਆਉਂਦੀ ਜਿੰਨੀ ਕਿ ਸਾਨੂੰ ਆ ਰਹੀ ਆ। ਇਹਦੇ ਵਿੱਚ ਇੱਕ ਸੇਫ ਕੰਮ ਹੈਗਾ, ਅਸੀਂ ਆਪਣਾ ਇੱਕ ਵਾਰੀ ਸ਼ੈੱਡ ਬਣਾ ਲੈਣਾ, ਉਸ ਤੋਂ ਬਾਅਦ ਜਿਹੜਾ ਕੰਪਨੀ ਨੇ ਆਪਾਂ ਨੂੰ ਚੂਚਾ ਦੇਣਾ, ਕੰਪਨੀ ਨੇ ਫੀਡ ਦੇਣੀ ਹੈ, ਮੈਡੀਸਨ ਕੰਪਨੀ ਨੇ ਦੇਣੀ ਹੈ, ਇੱਕ ਆਪਾਂ ਨੂੰ ਸੁਪਰਵਾਈਜ਼ਰ ਹੈ ਜਿਹੜਾ ਲਾਈਨ ਦੇ ਉੱਤੇ ਆਪਣੇ ਹਰ ਰੋਜ਼ ਆ ਕੇ ਫਾਰਮ ਨੂੰ ਚੈੱਕ ਕਰੂਗਾ, ਉਹ ਇੱਕ ਡਾਕਟਰ ਮੁਹੱਈਆ ਕਰਵਾ ਦੇਣਾ ਕੰਪਨੀ ਨੇ। ਉਸ ਤੋਂ ਬਾਅਦ ਟੋਟਲ ਜਿਹੜਾ ਜਦੋਂ ਆਪਣਾ ਜਾਨਵਰ ਚੱਕਿਆ ਜਾਣਾਗਾ ਤਾਂ ਕਮਿਸ਼ਨ ਦੇ ਰੂਪ ਦੇ ਵਿੱਚ ਜਿਹੜਾ ਆਪਾਂ ਨੂੰ ਇਨਕਮ ਹੈਗਾ ਉਹ ਬਹੁਤ ਵਧੀਆ ਹੁੰਦੀ ਹੈ। ਤੇ ਜਿਹੜੇ ਇਹਦੇ ਪੈਰਲਲ ਜੇ ਆਪਾਂ ਪਰਸਨਲ ਕੋਈ ਪੋਲਟਰੀ ਫਾਰਮਿੰਗ ਕਰਦਾ ਤਾਂ ਉਹਨਾਂ ਨਾਲੋਂ ਜਿਹੜੀ ਸਾਨੂੰ ਬਚਤ ਜਿਹੜੀ ਜ਼ਿਆਦਾ ਆ ਰਹੀ ਹੈ। ਤੇ ਇਸ ਲਈ ਇਹ ਖੇਤਰ ਦੇ ਵਿੱਚ ਸਾਡੇ ਪਿੰਡ ਦੇ ਵਿੱਚ ਅਸੀਂ 5000 ਤੋਂ ਕੰਮ ਸਟਾਰਟ ਕਰਿਆ ਸੀ, ਤੇ ਅੱਜ ਲਗਭਗ 1 ਲੱਖ ਜਿਹੜਾ ਜਾਨਵਰ ਸਾਡੇ ਪਿੰਡ ਤੋਂ ਗਲੀ ਦੇ ਵਿੱਚ ਜਿਹੜਾ ਪਲ ਰਿਹਾ। ਉਸ ਦਾ ਕਾਰਨ ਇਹੀ ਹੈ ਕਿ ਇਹ ਇੱਕ ਸੇਫ ਕੰਮ ਆ ਜਿਹੜਾ ਇੰਟੀਗ੍ਰੇਸ਼ਨ ਦੇ ਤੌਰ ਦੇ ਉੱਤੇ ਅਸੀਂ ਕਰ ਰਹੇ ਹਾਂ, ਤੇ ਇਹ ਲਗਾਤਾਰ ਹੋਰ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਵਧ ਰਿਹਾ ਹੈ ਜੀ। ਤਾਂ ਬਿਲਕੁਲ ਕਿਸਾਨ ਵੀਰੋ ਤੇ ਭੈਣੋ, ਮਹਿਲ ਸਾਹਿਬ ਦੀ ਜ਼ੁਬਾਨੀ ਤੁਸੀਂ ਸੁਣ ਲਿਆ ਕਿ ਇਹ ਜਿਹੜਾ ਕੰਮ ਹੈ ਇਹ ਮਿਹਨਤ ਨਾਲ, ਪੂਰੀ ਲਗਨ ਦੇ ਨਾਲ, ਪੂਰੀ ਸਿਖਲਾਈ ਲੈ ਕੇ ਕਰਨ ਵਾਲਾ ਕੰਮ ਹੈ। ਤਾਂ ਉਹ ਗੱਲ ਵੱਖਰੀ ਵੀ ਇਸ ਕੰਮ ਨੂੰ ਤੁਸੀਂ ਪ੍ਰਾਈਵੇਟ ਤੌਰ ਤੇ ਕਰਦੇ ਹੋ ਜਾਂ ਫਿਰ ਕਿਸੇ ਕੰਪਨੀ ਦੇ ਨਾਲ ਮਿਲ ਕੇ ਇਸ ਦਾ ਮੰਡੀਕਰਨ ਕਰਦੇ ਹੋ। ਤਾਂ ਉਸ ਤੋਂ ਬਾਅਦ ਡਾਕਟਰ ਧਾਲੀਵਾਲ ਸਾਹਿਬ, ਮੈਂ ਤੁਹਾਡੇ ਵੱਲ ਪਰਤਦਾ ਹਾਂ। ਤਾਂ ਸਾਡਾ ਜਿਹੜਾ ਬਹੁਤ ਸਾਰਾ ਨੌਜਵਾਨ ਤਬਕਾ ਹੈ ਉਹਨਾਂ ਦਾ ਇਹ ਕਹਿਣਾ ਹੈ ਕਿ ਰੁਜ਼ਗਾਰ ਨਹੀਂ ਮਿਲਦਾ, ਰੁਜ਼ਗਾਰ ਦੀ ਤਲਾਸ਼ ਦੇ ਵਿੱਚ ਕਈ ਵਾਰੀ ਆਪਣੇ ਸਟੇਟ ਤੋਂ ਬਾਹਰ ਵੀ ਜਾਣਾ ਪੈਂਦਾ, ਆਪਣੇ ਦੇਸ਼ ਤੋਂ ਬਾਹਰ ਵੀ ਜਾਣਾ ਪੈਂਦਾ। ਤੁਸੀਂ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਵਿੱਚ ਵੱਖ-ਵੱਖ ਕਿਸਮ ਦੇ ਜਿਹੜੇ ਸਿਖਲਾਈ ਪ੍ਰੋਗਰਾਮ ਆਯੋਜਿਤ ਕਰਦੇ ਹੋ। ਤੁਹਾਡੀ ਕੋਸ਼ਿਸ਼ ਹੈ ਕਿ ਨੌਜਵਾਨ ਵਰਗ ਨੂੰ ਇੱਥੇ ਹੀ ਜਿਹੜੀ ਕੰਮ ਦੇ ਵਧੀਆ ਬੰਦੋਬਸਤ ਕਰਕੇ ਦਿੱਤੇ ਜਾਣ। ਤਾਂ ਤੁਹਾਡੇ ਹਿਸਾਬ ਦੇ ਨਾਲ ਡਾਕਟਰ ਧਾਲੀਵਾਲ ਸਾਹਿਬ, ਜੇ ਆਪਾਂ ਪੋਲਟਰੀ ਫਾਰਮਿੰਗ ਦੀ ਗੱਲ ਕਰੀਏ, ਇਹਦਾ ਜੇ ਆਪਾਂ ਅੱਜ ਦੇਖਣਾ ਹੋਵੇ ਜਾਂ ਇਹਦਾ ਭਵਿੱਖ ਦੇਖਣਾ ਹੋਵੇ ਤਾਂ ਸਾਡੇ ਨੌਜਵਾਨ ਵਰਗ ਦੇ ਵਾਸਤੇ ਉਹ ਕਿਹੋ ਜਿਹਾ ਹੈ? ਡਾਕਟਰ ਸਾਹਿਬ, ਜਿਵੇਂ ਆਪਣੇ ਕੋਲੇ ਇੱਕ ਕਾਮਯਾਬ ਸਾਡਾ ਵੀਰ ਜਿਹੜਾ ਉਹ ਸਾਡੇ ਨਾਲ ਹੀ ਇੰਟਰਵਿਊ ਦੇ ਵਿੱਚ ਬੈਠਾ ਜੀ, ਇਹ ਇੱਕ ਸੇਧ ਹੈ ਸਾਡੇ ਨੌਜਵਾਨਾਂ ਲਈ, ਸਾਡੀਆਂ ਭੈਣਾਂ ਲਈ, ਸਾਡੇ ਵੀਰਾਂ ਲਈ ਜੀ, ਸਾਡੇ ਯੂਥ ਲਈ ਜੀ, ਕਿ ਅਸੀਂ ਛੋਟੇ ਛੋਟੇ ਕੰਮਾਂ ਵਾਸਤੇ ਤਲਾਸ਼ ਕਰ ਰਹੇ ਹਾਂ ਕਿ ਸਾਨੂੰ ਕੋਈ ਨਾ ਕੋਈ ਰੁਜ਼ਗਾਰ ਮਿਲੇ ਜੀ, ਤਾਂ ਜੋ ਕਿ ਸਾਡਾ ਰੋਜ਼ਮर्रा ਦਾ ਗੁਜ਼ਾਰਾ ਜਿਹੜਾ ਹੈ ਉਹ ਚੱਲ ਸਕੇ। ਕਿਉਂਕਿ ਖੇਤੀ ਦੀਆਂ ਜਿਹੜੀਆਂ ਜੋਤਾਂ ਉਹ ਦਿਨੋਂ ਦਿਨ ਘਟਦੀਆਂ ਜਾ ਰਹੀਆਂ। ਬਿਲਕੁਲ, ਲੈਂਡ ਹੋਲਡਿੰਗ ਦਾ ਘਟਣਾ ਇੱਕ ਬਹੁਤ ਵੱਡਾ ਕਾਰਨ ਹੈ ਕਿ ਸਾਡੀ ਜਿਹੜੀ ਆਮਦਨ ਹੈ ਉਹ ਜਿਹੜੀ ਨਾਰਮਲ ਖੇਤੀ ਹੈ, ਕਣਕ ਝੋਨੇ ਵਾਲੀ ਜਾਂ ਕਣਕ ਨਰਮੇ ਵਾਲੀ, ਉਹ ਸਾਡੇ 4-5 ਜੀਆਂ ਦੀ ਜਿਹੜੀ ਹਰ ਰੋਜ਼ ਦੇ ਖਰਚਿਆਂ ਦੀ ਪੂਰਤੀ ਕਰਨ ਦੇ ਵਿੱਚ ਸਮਰੱਥ ਨਹੀਂ ਰਹੇਗੀ। ਬਿਲਕੁਲ, ਤਾਂ ਉਹਦੇ ਲਈ ਸਾਡੇ ਕੋਲੇ ਕਿਸੇ ਨਾ ਕਿਸੇ ਪਾਸੇ ਨੂੰ ਤੁਰਨ ਦਾ ਕੋਈ ਨਾ ਕੋਈ ਜ਼ਰੀਆ ਜਿਹੜਾ ਬਣਨਾ ਪਊਗਾ, ਬਣਾਉਣਾ ਪਊਗਾ, ਤੇ ਬਣਨ ਦੇ ਰਾਹ ਵੀ ਸਾਨੂੰ ਦਿਸ ਰਹੇ ਜੀ। ਉਹਦੇ ਵਾਸਤੇ ਮੈਂ ਸਾਡੇ ਯੂਥ ਨੂੰ, ਸਾਡੇ ਕਿਸਾਨ ਵੀਰਾਂ ਨੂੰ, ਸਾਡੀਆਂ ਭੈਣਾਂ ਨੂੰ ਇਸ ਮੰਚ ਤੋਂ ਇਹ ਦੱਸਣਾ ਚਾਹੁੰਦਾ ਕਿ ਜੇ ਅਸੀਂ ਕਿਸੇ ਹੋਰ ਧੰਦੇ ਬਾਰੇ ਸੋਚੀਏ ਜਿਹੜਾ ਕਿ ਸਾਡੀ ਖੇਤੀਬਾੜੀ ਨਾਲ ਜਮਾਂ ਹੀ ਨਹੀਂ ਲੜਦਾ ਮਿਲਦਾ, ਤਾਂ ਹੋ ਸਕਦਾ ਅਸੀਂ ਉਹਦੇ ਚੋਂ ਉਨੀ ਕਾਮਯਾਬੀ ਨਾ ਲੈ ਸਕੀਏ। ਬਿਲਕੁਲ,
ਪਰ ਜਿੰਨੇ ਇਹ ਧੰਦੇ ਆ ਜਿਨ੍ਹਾਂ ਦੇ ਬਾਰੇ ਅਸੀਂ ਤੁਹਾਨੂੰ ਟ੍ਰੇਨਿੰਗਾਂ ਦਿੰਦੇ ਆ ਜਾਂ ਜਿਨ੍ਹਾਂ ਬਾਰੇ ਤੁਸੀਂ ਸਾਡੇ ਕੋਲੇ ਆਉਂਦੇ ਆ, ਉਹ ਸਾਰੇ ਖੇਤੀਬਾੜੀ ਨਾਲ ਰਲਦੇ ਮਿਲਦੇ ਧੰਦੇ ਆ, ਜਿਨ੍ਹਾਂ ਨੂੰ ਤੁਸੀਂ ਖੇਤੀਬਾੜੀ ਦੀਆਂ ਉਪਜਾਂ ਤੇ ਸਹਿ ਉਪਜਾਂ ਪਾ ਕੇ ਇਹਨਾਂ ਧੰਦਿਆਂ ਨੂੰ ਚਲਾ ਸਕਦੇ ਆ ਤੇ ਇਹਨਾਂ ਦੀ ਵੇਲ ਦੇ ਨਾਲ ਤੁਸੀਂ ਨਾਲ ਰਲਦਾ ਮਿਲਦਾ ਕੋਈ ਹੋਰ ਕੰਮ ਕਰ ਸਕਦੇ ਆ ਜਾਂ ਖੇਤੀਬਾੜੀ ਵਾਸਤੇ ਉਸੇ ਲੇਬਰ ਨੂੰ ਵਰਤ ਸਕਦੇ ਆ। ਜਾਂ ਜਿਵੇਂ ਹੁਣ ਅਪਰਪਾਲ ਦੇ ਇੰਟਰਵਿਊ ਤੋਂ ਪਹਿਲਾਂ ਸਾਡੇ ਨਾਲ ਡਾਕੂਮੈਂਟ ਸ਼ੇਅਰ ਕੀਤਾ ਕਿ ਇਸੇ ਲੇਬਰ ਤੋਂ ਅਸੀਂ 2 ਕਨਾਲਾਂ 2.5 ਕਨਾਲਾਂ ਦੇ ਵਿੱਚ ਸਬਜ਼ੀਆਂ ਦਾ ਵੀ ਜਿਹੜਾ ਉਤਪਾਦਨ ਹੈ ਉਹੀ ਪੋਲਟਰੀ ਵਾਲੀ ਲੇਬਰ ਤੋਂ ਕਰਨਾ ਸ਼ੁਰੂ ਕਰਤਾ ਜੀ। ਉਹਦੇ ਨਾਲ ਉਹਦੀ ਮਾਰਕੀਟਿੰਗ ਵੀ ਜਿਹੜੀ ਆ WhatsApp ਗਰੁੱਪਾਂ ਰਾਹੀਂ ਸਬਜ਼ੀ ਦੀ ਵੀ ਨਾਲ ਹੋਣ ਲੱਗ ਗਈ। ਆਂਡਾ ਮੀਟ ਵੀ ਅੱਜ ਕੱਲ ਛੋਟੇ ਹਰੇਕ ਦੇ ਘਰ ਦੇ ਵਿੱਚ ਮੋਬਾਈਲ ਪਏ ਆ, ਉਹ ਮੋਬਾਈਲ ਤੋਂ ਛੋਟੇ ਗਰੁੱਪ ਬਣ ਗਏ ਜਿਨ੍ਹਾਂ ਦੇ ਰਾਹੀਂ ਅਸੀਂ ਕੋਈ ਵੀ ਚੀਜ਼ ਕਿਤੇ ਵੀ ਬੈਠੇ ਜਿਹੜੀ ਉਹ ਸੇਲ ਕਰ ਸਕਦੇ ਜੀ। ਇਸ ਕਰਕੇ ਸਾਨੂੰ ਆਪਦਾ ਦਿਲ ਛੱਡਣ ਵਾਲੀ ਗੱਲ ਨਹੀਂ ਗੀ। ਜਿਵੇਂ ਕੰਟਰੈਕਟ ਫਾਰਮਿੰਗ ਦੀ ਵੀ ਅਪਰਪਾਲ ਨੇ ਗੱਲ ਕੀਤੀ ਹੈ ਵੀ ਕੰਪਨੀਆਂ ਵੱਲੋਂ ਅੱਗੇ ਦੇ ਕੋਈ ਕੰਪਨੀ ਸੀ ਜਦੋਂ ਅਪਰਪਾਲ ਨੂੰ ਕੰਮ ਕਰਾਇਆ ਤਾਂ ਕੱਲੀ ਵੈਂਕੀ ਕੰਪਨੀ ਸੀ ਜਿਹਨੂੰ ਅਸੀਂ ਬੜੀ ਸਿਫਾਰਿਸ਼ ਦੇ ਨਾਲ ਇਸ ਪਿੰਡ ਦੇ ਵਿੱਚ ਲੈ ਕੇ ਆਏ ਸੀ ਤੇ ਉਹਨਾਂ ਦਾ ਵੀ ਕਹਿਣਾ ਸੀ ਕਿ 5000 ਵਰਡ ਚੋਂ ਸਾਨੂੰ ਕੁਝ ਬਚਣਾ ਨਹੀਂ ਗਿਆ ਤੇ ਅੱਜ ਉਹੀ ਵੈਂਕੀ ਕੰਪਨੀ ਲੱਖ ਸਵਾ ਲੱਖ ਦਾ ਜਿਹੜਾ ਬਿਜ਼ਨਸ ਹੈ ਕੱਲੇ ਤੋਂਗਾਲੀ ਪਿੰਡ ਦੇ ਵਿੱਚ ਕਰ ਰਹੀ ਹੈ ਤੇ ਹੁਣ ਪੈਰਲਲ 5-7 ਕੰਪਨੀਆਂ ਹੋਰ ਵੀ ਆ ਗਈਆਂ ਕਿਉਂਕਿ ਜਦੋਂ ਕੋਈ ਵੀ ਕੰਮ ਸਿੱਧੇ ਰੂਪ ਦੇ ਵਿੱਚ ਚੱਲਣਾ ਸ਼ੁਰੂ ਹੋ ਜਾਂਦਾ, ਜਦੋਂ ਕੰਪਨੀਆਂ ਨੂੰ ਵੀ 4 ਪੈਸੇ ਬਚਣ ਲੱਗ ਜਾਂਦੇ ਆ ਤੇ ਸਾਡੇ ਕਿਸਾਨ ਵੀਰ ਨੂੰ ਵੀ ਬਚਣ ਲੱਗ ਜਾਂਦੇ ਆ ਤਾਂ ਬਹੁਤ ਸਾਰੇ ਮੁਹਾਜ ਜਿਹੜੇ ਉਹ ਖੁੱਲ ਜਾਂਦੇ ਆ ਜਿਹਦੇ ਨਾਲ ਸਾਡੇ ਵੀਰਾਂ ਦਾ ਵੀ ਫਾਇਦਾ ਹੈ ਤੇ ਕੰਪਨੀਆਂ ਨੂੰ ਤਾਂ ਬੈਨੀਫਿਟ ਹੋਣਾ ਹੀ ਹੋਣਾ ਕਿਉਂਕਿ ਜਦੋਂ ਉਹਨਾਂ ਨੇ ਇਨਵੈਸਟਮੈਂਟ ਕਰਨੀ ਤਾਂ ਉਹਦੇ ਵਾਸਤੇ ਤੁਸੀਂ ਸ਼ੈੱਡ ਬਣਾਓ। ਸ਼ੈੱਡ ਬਣਾਉਣ ਤੋਂ ਬਾਅਦ ਚੂਚਾ, ਫੀਡ, ਦਵਾਈਆਂ, ਸੁਪਰਵੀਜ਼ਨ ਇਹ ਕੰਪਨੀ ਵੱਲੋਂ ਹੋਣੀ ਹੈ। ਮੈਨੇਜਮੈਂਟ ਤੁਸੀਂ ਉੱਥੇ ਕਰਨੀ ਹੈ ਤੇ ਉਸ ਤੋਂ ਬਾਅਦ ਰਲ ਮਿਲ ਕੇ ਜਦੋਂ ਤੁਹਾਡਾ ਟਾਰਗੇਟ 35-40 ਦਿਨਾਂ ਦੇ ਪੂਰਾ ਹੋ ਗਿਆ, ਜਾਨਵਰ ਚੱਕਿਆ ਗਿਆ, ਤੁਹਾਨੂੰ ਕਿਲੋ ਦੇ ਹਿਸਾਬ ਨਾਲ ਉਹਦੀ ਆਮਦਨ ਮਿਲ ਜਾਣੀ ਹੈ। ਜਦੋਂ ਚੰਗੀ ਆਮਦਨ ਤੁਹਾਡੀ ਜੇਬ ਦੇ ਵਿੱਚ ਪੈ ਗਈ, ਜਦੋਂ ਜੱਟ ਦੀ ਜੇਬ ਦੇ ਵਿੱਚ ਪੈਸਾ ਆ ਗਿਆ, ਫਿਰ ਤਾਂ ਮੈਨੇਜਮੈਂਟ ਆਪੇ ਚੱਲ ਪੈਣੀ ਹੈ ਸਾਰੀ ਜੀ। ਤਾਂ ਬਿਲਕੁਲ ਜੀ, ਇਹਨਾਂ ਨੇ ਕਿਹਾ ਕਿ ਜਦੋਂ ਜੇਬ ਦੇ ਵਿੱਚ ਪੈਸਾ ਆ ਜਾਂਦਾ ਫਿਰ ਪ੍ਰਬੰਧਨ ਬਾਰੇ ਵੀ ਜਿਹੜੇ ਨਵੇਂ ਵਿਚਾਰ ਆਉਣ ਲੱਗਦੇ ਨੇ। ਤਾਂ ਤੁਸੀਂ ਵੈਂਕੀ ਕੰਪਨੀ ਦੇ ਨਾਲ ਮਿਲ ਕੇ ਪਿਛਲੇ 10 ਸਾਲ ਤੋਂ ਕੰਮ ਕਰ ਰਹੇ ਹੋ। ਤੁਸੀਂ ਦੱਸਿਆ ਕਿ ਇਮਾਰਤ ਤੁਹਾਡੀ ਹੈ, ਲੇਬਰ ਵੀ ਤੁਹਾਡੀ ਹੈ, ਬਿਜਲੀ ਤੁਹਾਡੀ ਹੈ, ਪਾਣੀ ਤੁਹਾਡਾ ਹੈ, ਚੂਚੇ ਉਹਨਾਂ ਦੇ ਆ, ਖੁਰਾਕ ਉਹਨਾਂ ਦੀ ਹੈ, ਦਵਾਈ ਉਹਨਾਂ ਦੀ ਹੈ, ਸੁਪਰਵਾਈਜ਼ਰ ਉਹਨਾਂ ਦਾ ਹੈ, ਛੱਡ ਕੇ ਉਹਨਾਂ ਨੇ ਪੰਛੀ ਜਾਣੇ ਆ, ਲੈ ਕੇ ਉਹਨਾਂ ਨੇ ਜਾਣੇ ਆ, ਖਰੀਦਣੇ ਉਹਨਾਂ ਨੇ, ਹਨਾ। ਇਸ ਕਰਕੇ ਕਾਫੀ ਸਾਰੀ ਜਿਹੜੀ ਸਿਰਦਰਦੀ ਹੈ ਮੰਡੀਕਰਨ ਦੀ ਤੁਹਾਡੀ ਘਟ ਗਈ। ਤਾਂ ਜੇ ਆਪਾਂ ਇਹਦਾ ਹਿਸਾਬ ਕਿਤਾਬ ਰੱਖਣਾ ਹੋਵੇ ਜਾਂ ਇਹ ਸਮਝਣਾ ਹੋਵੇ ਕਿ ਪੰਛੀ ਦੇ ਹਿਸਾਬ ਦੇ ਨਾਲ ਤੁਹਾਨੂੰ ਕੀ ਭੁਗਤਾਨ ਕੀਤਾ ਜਾਂਦਾ, ਕੀ ਹਿਸਾਬ ਕਿਤਾਬ ਹੁੰਦਾ ਜੀ? ਇਹਦਾ ਕੰਪਨੀ ਵੱਲੋਂ ਆਪਾਂ ਨੂੰ 6 ਰੁਪਏ ਪਰ ਕੇਜੀ ਜਿਹੜਾ ਆਪਾਂ ਨੂੰ ਦਿੱਤਾ ਜਾਂਦਾਗਾ ਤੇ ਆਪਾਂ ਮੋਟਾ ਜਿਹਾ ਅੰਦਾਜ਼ਾ ਲਾਈਏ ਤਾਂ 2 ਕਿਲੋ ਦਾ ਜੇਕਰ ਜਾਨਵਰ ਹੋ ਜਾਂਦਾ ਤਾਂ 12 ਰੁਪਏ ਆਪਾਂ ਨੂੰ ਇੱਕ ਜਾਨਵਰ ਪਿੱਛੇ ਜਿਹੜੇ ਬਚਤ ਆਉਂਦੀ ਹੈ ਜੀ। ਉਸ ਤੋਂ ਬਾਅਦ ਕੁਝ ਕੰਪਨੀ ਦੇ ਹੋਰ ਇਨਸੈਂਟਿਵ ਸਾਨੂੰ ਦਿੱਤੇ ਜਾਂਦੇ ਆ। ਕੰਪਨੀ ਵੱਲੋਂ ਜਾਨਵਰ ਦੀ ਜਿਹੜੀ ਫੀਡ ਦਾ ਰੱਖਿਆ ਜਾਂਦਾ ਵੀ ਇੰਨੀ ਖਾਊਗਾ ਤਾਂ ਤੁਹਾਨੂੰ ਇਹਦੇ ਵਿੱਚੋਂ ਐਕਸਟਰਾ ਜਿਹੜੀ ਕਮਾਈ ਉਹ ਸਾਡੇ ਵੱਲੋਂ ਦਿੱਤੀ ਜਾਊਗੀ ਜੀ। 45% ਸਾਨੂੰ ਫੀਡ ਦੇ ਵਿੱਚੋਂ ਬਚਤ ਦਿੱਤੀ ਜਾਂਦੀ ਹੈ ਤਾਂ ਲਗਭਗ ਟੋਟਲ ਜਿਹੜਾ ਸਾਨੂੰ 20 ਰੁਪਏ ਇੱਕ ਜਾਨਵਰ ਜਿਹੜੀ ਬਚਤ ਹੈ 35-36 ਦਿਨ ਦੇ ਵਿੱਚ ਆ ਜਾਂਦੀ ਹੈ ਜੀ। 35-36 ਦਿਨਾਂ ਦੇ ਵਿੱਚ 20 ਰੁਪਏ ਇੱਕ ਪੰਛੀ ਦੇ ਹਿਸਾਬ ਦੇ ਨਾਲ ਤੁਹਾਨੂੰ ਬਚਤ ਹੋ ਜਾਂਦੀ ਹੈ। ਤਾਂ ਇੱਕ ਸਾਲ ਦੇ ਵਿੱਚ ਅੰਦਾਜ਼ਨ ਫਿਰ ਤੁਸੀਂ ਕਿੰਨੇ ਕੁ ਪੂਰ ਕੱਢ ਲੈਂਦੇ ਹੋ? ਇਹਦੇ ਆਪਣੇ ਲਗਭਗ 6 ਪੂਰ ਨਿਕਲਦੇ ਆ ਜੀ। ਜੇਕਰ ਚੂਚਾ ਜਲਦੀ ਬੁਲਾਇਆ ਜਾਵੇ, ਜਲਦੀ ਆਪਣੀਆਂ ਸਫਾਈ ਪ੍ਰਬੰਧ ਛੇਤੀ ਕੀਤਾ ਜਾਵੇ, ਖਾਦ ਵਗੈਰਾ ਜਿਹੜੀ ਇਹਨਾਂ ਦੀ ਉਹ ਰਹਿੰਦ ਖੂੰਦ ਛੇਤੀ ਕੱਢੀ ਜਾਵੇ ਤਾਂ 7 ਵੀ ਨਿਕਲ ਸਕਦੇ ਨੇ। 6 ਲੋਟ ਆ ਜਿਹੜੇ ਇਹਨਾਂ ਦੇ ਪੂਰੇ ਨਿਕਲ ਜਾਂਦੇ ਆ ਜੀ। ਤੇ ਜਿਵੇਂ ਡਾਕਟਰ ਸਾਹਿਬ ਨੇ ਇਸ਼ਾਰਾ ਕੀਤਾ ਸੀ ਕਿ ਤੁਸੀਂ ਇੰਟੀਗ੍ਰੇਟਡ ਕੰਮ ਕਰ ਰਹੇ ਹੋ, ਇੰਟੀਗ੍ਰੇਟਡ ਜਿਹੜੇ ਕਿ ਇਸ ਕਿੱਤੇ ਦੇ ਨਾਲ ਜੁੜੇ ਹੋਏ ਨੇ, ਤਾਂ ਫਿਰ ਹੋਰ ਕਿਹੜੇ ਕੰਮ ਹੈ ਜਿਹੜੇ ਤੁਸੀਂ ਪੋਲਟਰੀ ਫਾਰਮਿੰਗ ਤੋਂ ਇਲਾਵਾ ਕਰ ਰਹੇ ਹੋ? ਜੀ ਨਾਲ ਮਧੂਮੱਖੀ ਪਾਲਣ ਦਾ ਕੰਮ ਕਰ ਰਹੇ ਹਾਂ ਜੀ, ਨਾਲ ਆਪਣਾ ਸਬਜ਼ੀਆਂ ਦਾ ਕੰਮ ਕਰ ਰਹੇ ਹਾਂ ਜੀ, ਨਾਲ ਜਿਹੜਾ ਆਪਣਾ ਇਸ ਵਾਰੀ ਅਸੀਂ ਕੋਲਡ ਸਟੋਰ ਬਣਾਇਆਗਾ ਬਾਗਬਾਨੀ ਮਹਿਕਮੇ ਵੱਲੋਂ ਸਾਨੂੰ ਦਿੱਤਾ ਗਿਆ ਜੀ। ਉਹਦੇ ਵਿੱਚ ਅਸੀਂ ਜਿਹੜੀਆਂ ਸਾਡੀਆਂ ਸਬਜ਼ੀਆਂ ਬਚਤ ਹੁੰਦੀ ਹੈ ਉਹਨੂੰ ਸਟੋਰ ਕਰ ਦਿਆਂਗੇ ਤੇ ਉਹ ਦੂਜੇ ਦਿਨ ਅਸੀਂ ਬਾਅਦ ਦੇ ਵਿੱਚ ਵੀ ਉਹਨੂੰ ਸੇਲ ਕਰ ਸਕਦੇ ਹਾਂ ਜੀ। ਤਾਂ ਕਿਸਾਨ ਵੀਰੋ ਤੇ ਭੈਣੋ, ਅੱਜ ਦੇ ਇਸ ਪ੍ਰੋਗਰਾਮ ਦਾ ਮਕਸਦ ਹੀ ਸਾਡਾ ਇਹੀ ਹੈ ਕਿ ਇੱਕ ਮਾਹਰ ਨੂੰ ਬੁਲਾ ਕੇ ਜਿਹੜੇ ਕਿ ਡਾਕਟਰ ਨੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਚ, ਦੂਜੇ ਜਿਹੜੇ ਸਾਡੇ ਕੋਲੇ ਅਗਾਂਹਵਧੂ ਕਿਸਾਨ ਨੇ, ਤੇ ਤਾਂ ਜੋ ਵੱਧ ਤੋਂ ਵੱਧ ਜਿਹੜੀਆਂ ਗੱਲਾਂ ਬਾਤਾਂ ਉਹ ਸਫਲ ਪੋਲਟਰੀ ਫਾਰਮਿੰਗ ਦੇ ਬਾਰੇ ਕੀਤੀਆਂ ਜਾਣ। ਤਾਂ ਡਾਕਟਰ ਸਾਹਿਬ ਆਪਣੇ ਕੋਲੇ 1.5 ਮਿੰਟ ਦਾ ਸਮਾਂ ਬਾਕੀ ਹੈ ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜਾਂਦਿਆਂ ਤੁਸੀਂ ਕੀ ਸੁਨੇਹਾ ਦੇਣਾ ਚਾਹੁੰਦੇ ਹੋ? ਬੁੱਟਰ ਸਾਹਿਬ, ਆਪਾਂ ਸਾਰੇ ਕਿਸਾਨ ਪਰਿਵਾਰਾਂ ਦੇ ਨਾਲ ਜੁੜੇ ਹੋਏ ਆ ਜੀ। ਥੋੜੀ ਜਿਹੀ ਮਿਹਨਤ ਕਰਨ ਤੋਂ ਬਾਅਦ ਨੌਕਰੀਆਂ ਦੇ ਪੇਸ਼ੇ ਦੇ ਵਿੱਚ ਆਏ ਆ। ਸਾਡਾ ਸਾਰਿਆਂ ਦਾ ਮਕਸਦ ਇੱਕੋ ਹੀ ਹੈ ਜੀ ਕਿ ਸਾਡੀ ਕਿਸਾਨੀ ਦੀ ਬਿਹਤਰੀ ਵਾਸਤੇ ਅਸੀਂ ਕੁਝ ਕਰੀਏ। ਇਸ ਏਮ ਦੇ ਨਾਲ ਅਸੀਂ ਆਪਦੇ ਦਫ਼ਤਰਾਂ ਦੇ ਵਿੱਚ ਪਹੁੰਚਦੇ ਆ ਤੇ ਹਰ ਵਕਤ ਇੱਕੋ ਹੀ ਕੋਸ਼ਿਸ਼ ਹੈ ਕਿ ਵੱਧ ਤੋਂ ਵੱਧ ਸਾਡੀਆਂ ਵੀਰ, ਸਾਡੀਆਂ ਭੈਣਾਂ ਇਹਨਾਂ ਕਿੱਤਿਆਂ ਦੇ ਜਾਣ ਨਾਲ ਜੁੜਨ,
ਇਹਨਾਂ ਕਿੱਤਿਆਂ ਵਾਸਤੇ ਤੁਸੀਂ ਸਭ ਤੋਂ ਪਹਿਲਾਂ KVK ਦੇ ਨਾਲ ਜੁੜੋ ਜੀ, ਉੱਥੋਂ ਟ੍ਰੇਨਿੰਗ ਲਓ। ਟ੍ਰੇਨਿੰਗ ਲੈਣ ਤੋਂ ਬਾਅਦ ਸਫਲ ਬੰਦਾ, ਸਫਲ ਵੀਰ, ਸਫਲ ਭੈਣ ਉਹਦੇ ਫਾਰਮ ਦੀ ਵਿਜ਼ਿਟ ਕਰੋ। ਜਿਵੇਂ ਤੁਸੀਂ ਆਪ ਹੀ ਦੱਸ ਰਹੇ ਕਿ ਮੈਂ ਅਪਰਪਾਲ ਦਾ ਫਾਰਮ ਵਿਜ਼ਿਟ ਕੀਤਾ ਤਾਂ ਮਨ ਖੁਸ਼ ਹੋਇਆ ਕਿ ਵਾਕਈ ਕੋਈ ਕੰਮ ਹੋ ਰਿਹਾ ਜੀ। ਉਸ ਤੋਂ ਬਾਅਦ ਫਿਰ ਉਹਨਾਂ ਨਾਲ ਬੈਠ ਕੇ ਵਿਚਾਰ ਵਟਾਂਦਰਾ ਹੋਵੇ, ਕੀ ਕੰਮ ਕੀਤਾ ਜਾਵੇ, ਕਿਸ ਤਰੀਕੇ ਨਾਲ ਸ਼ੁਰੂਆਤ ਹੋਵੇ, ਕਿਵੇਂ ਅਸੀਂ ਵੱਧ ਤੋਂ ਵੱਧ ਮੁਨਾਫੇ ਵੱਲ ਨੂੰ ਜਾਈਏ। ਤੇ ਜਿਹੜੀਆਂ ਵਾਰ-ਵਾਰ ਗੱਲਾਂ ਹੁੰਦੀਆਂ ਕਿ ਕੰਮ ਸ਼ੁਰੂ ਕਰ ਲਿਆ ਸੀਗਾ ਜੀ ਮੁੜ ਕੇ ਬੰਦ ਕਰਤਾ, ਤਾਂ ਉਸ ਬੰਦ ਕਰਨ ਵਾਲੇ ਕੰਮ ਵਾਲੇ ਪਾਸੇ ਨੂੰ ਵੀ ਧਿਆਨ ਸਾਡਾ ਪਹਿਲਾਂ ਹੀ ਹੋਵੇ ਕਿ ਕਿਹੜੇ ਕਾਰਨ ਹੈ ਜਿਹੜੇ ਕਿ ਇਸ ਧੰਦੇ ਨੂੰ ਨੈਗੇਟਿਵ ਵਾਲੇ ਪਾਸੇ ਨੂੰ ਲੈ ਕੇ ਜਾਂਦੇ ਜੀ। ਜਿਵੇਂ ਅਸੀਂ ਲੋੜ ਤੋਂ ਵੱਧ ਲੋਨ ਚੱਕ ਲੈਂਦੇ ਆ, ਲੋਨ ਫਿਰ ਕਿਸੇ ਹੋਰ ਪਰਪਸ ਵਾਸਤੇ ਲਾ ਲੈਂਦੇ ਆ, ਉਸ ਧੰਦੇ ਨੂੰ ਉਹਨਾਂ ਪੈਸਾ ਨਹੀਂ ਜਾਂਦਾਗਾ ਕਿ ਉਹ ਆਪਦੀ ਜਿਹੜੀ ਮੂਲ ਪੂੰਜੀ ਆ, ਉਹਦਾ ਜਿਹੜਾ ਵਿਆਜ ਤੇ ਉਹਦੀ ਮੂਲ ਹੈ, ਉਹਨੂੰ ਵਾਪਸ ਕਰ ਸਕੇ। ਤਾਂ ਸਾਡੇ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਧੰਦੇ ਨੂੰ ਤਕੜੇ ਹੋ ਕੇ ਕਰਨ ਦੀ ਲੋੜ ਹੈ, ਉਹਦੀਆਂ ਨੁਕਤਿਆਂ ਨੂੰ ਸਮਝਣ ਦੀ ਲੋੜ ਹੈ। ਕਾਮਯਾਬ ਜਿਹੜੇ ਕਿੱਤੇ ਦੇ ਮਾਹਰ ਹੈ, ਇੰਟਰਪ੍ਰੈਨਿਓਰ ਆ ਸਾਡੇ, ਉਹਨਾਂ ਨੂੰ ਮਿਲਣ ਦੀ ਲੋੜ ਹੈ ਤੇ ਨਾਲ ਦੀ ਨਾਲ ਮਾਰਕੀਟਿੰਗ ਦੇ ਚੈਨਲਾਂ ਨੂੰ ਸਮਝਣ ਦੀ ਲੋੜ ਹੈ ਕਿ ਕਿੱਥੇ ਕਿੱਥੇ ਸਾਡੀ ਉਪਜ ਤੇ ਸਹਿ ਉਪਜ ਨੇ ਜਾਣਾ ਤਾਂ ਜੋ ਕਿ ਅਸੀਂ ਉਸੇ ਧੰਦੇ ਦੇ ਵਿੱਚੋਂ ਵੱਧ ਤੋਂ ਵੱਧ ਮੁਨਾਫਾ ਜਿਹੜਾ ਕਮਾ ਸਕੀਏ ਜੀ। ਸੋ ਕਿਸਾਨ ਵੀਰੋ ਤੇ ਭੈਣੋ, ਸਾਨੂੰ ਆਸ ਹੈ ਕਿ ਜਿਹੜੀ ਅੱਜ ਦੀ ਇਹ ਗੱਲਬਾਤ ਹੈ ਤੁਹਾਡੇ ਵਾਸਤੇ ਬੜੀ ਲਾਭਦਾਇਕ ਹੋਵੇਗੀ। ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਡਾਕਟਰ ਧਾਲੀਵਾਲ ਸਾਹਿਬ ਤੇ ਮਹਿਲ ਸਾਹਿਬ, ਤੁਸੀਂ ਸਮਾਂ ਕੱਢਿਆ। ਟੀਮ ਕਿਸਾਨ ਵਾਣੀ ਦੇ ਵੱਲੋਂ ਤੁਹਾਡਾ ਬਹੁਤ-ਬਹੁਤ ਧੰਨਵਾਦ। ਧੰਨਵਾਦ ਜੀ। ਤਾਂ ਪ੍ਰੋਗਰਾਮ ਕਿਸਾਨ ਵਾਣੀ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਕਰਮਵੀਰ ਸਿੰਘ ਕਰਨ, ਕੰਸੋਲ ਤੋਂ ਸਾਥ ਰਿਹਾ ਗੁਰਲੀਨ ਕੌਰ ਸਿੱਧੂ ਦਾ ਤੇ ਵਿਸ਼ੇਸ਼ ਸਹਿਯੋਗ ਖੁਸ਼ਪ੍ਰੀਤ ਸ਼ੇਰਗਿੱਲ ਦਾ ਅਤੇ ਟੈਕਨੀਕਲ ਪੱਖੋਂ ਸਹਿਯੋਗ ਰਿਹਾ ਇੰਜੀਨੀਅਰ ਸੰਦੀਪ ਦਾ। ਸੋ ਕਿਸਾਨ ਵੀਰੋ ਤੇ ਭੈਣੋ, ਇਸੇ ਦੇ ਨਾਲ ਤਰਸੇਮ ਸਿੰਘ ਬੁੱਟਰ ਨੂੰ ਅੱਜ ਦੇ ਪ੍ਰੋਗਰਾਮ ਕਿਸਾਨ ਵਾਣੀ ਦੇ ਵਿੱਚੋਂ ਦਿਓ ਵਿਦਾ।